ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਕੁਝ ਅਪਡੇਟਸ ਲੈ ਕੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਦੇ ਨਾਲ ਸ਼ੁਰੂ ਦੇ ਵਿੱਚ ਗੱਲਬਾਤ ਕਰਨੀ ਹੈ। ਉਹਨਾਂ ਤੋਂ ਬਾਅਦ ਸਰਦਾਰ ਸੰਦੀਪ ਸਿੰਘ ਰਜਾਈਨਾ ਤੋਂ ਸਾਡੇ ਨਾਲ ਜੁੜਨਗੇ। ਸਸਕਾਚਵਿਨ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉੱਥੇ ਪਤਾ ਲੱਗਿਆ ਕਿ ਸਸਕਾਚਵਿਨ ਥੋੜ੍ਹੇ ਦਿਨਾਂ ਨੂੰ ਰੀਓਪਨ ਹੋਣ ਜਾ ਰਿਹਾ। 4 ਮਈ ਨੂੰ ਉੱਥੇ ਕੁਝ ਕੁ ਬਿਜ਼ਨਸ ਖੋਲ੍ਹਣ ਲਿਆ ਰਹੇ ਆ। ਕੀ ਸਿਚੁਏਸ਼ਨ ਹੈ, ਕੀ ਹਾਲਤ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਦੇ ਨਾਲ। ਦੋਸਤੋ ਫੇਸਬੁੱਕ 'ਤੇ ਅਸੀਂ ਇਸ ਵੇਲੇ ਲਾਈਵ ਹਾਂ। ਤੁਹਾਡਾ ਕੋਈ ਸਵਾਲ ਹੋਵੇ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਦੇ ਨਾਲ, ਤੁਸੀਂ ਸਾਨੂੰ ਫੇਸਬੁੱਕ ਦੇ ਕੌਮੈਂਟ ਥੱਲੇ ਜਿਹੜਾ ਉੱਥੇ ਕਰਕੇ ਪੁੱਛ ਸਕਦੇ ਹੋ। ਅਸੀਂ ਤੁਹਾਡੇ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਕੋਲੋਂ। ਸੋ ਤੁਹਾਡਾ ਕੋਈ ਵੀ ਸਵਾਲ ਹੋਵੇ ਫੇਸਬੁੱਕ ਪੇਜ ਦੇ ਉੱਤੇ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਉਹ ਸਾਡੇ ਨਾਲ ਜੁੜ ਕੇ ਇੱਥੋਂ ਸਵਾਲ ਪੁੱਛ ਸਕਦੇ ਨੇ। 2-3 ਗੱਲਾਂ ਦੋਸਤੋ ਅੱਜ ਕੋਵਿਡ-19 ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਹਿਲੀ ਗੱਲ, ਪੂਰੀ ਦੁਨੀਆ ਦੇ ਵਿੱਚ ਕੀ ਹਾਲਾਤ ਨੇ ਔਰ ਉਹ ਜਿਹੜੇ ਹਾਲਾਤ ਨੇ ਉਹਨਾਂ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਸਾਡੇ ਕੋਲ ਇੱਥੇ ਦੇ ਕੀ ਹਾਲਾਤ ਨੇ। ਜਿਹੜੀ ਦੋਸਤੋ ਇੱਕ ਚਿੰਤਾ ਵਾਲੀ ਗੱਲ ਇਹ ਆ ਕਿ 3 ਮਿਲੀਅਨ ਤੋਂ ਜ਼ਿਆਦਾ ਕੇਸ ਹੋ ਚੁੱਕੇ ਆ। ਅਮਰੀਕਾ ਦੇ ਉੱਤੇ ਸਾਡੀ ਸਾਰਿਆਂ ਦੀ ਜਿਹੜੀ ਨਿਗਾਹ ਆ ਉਹਦੇ ਅਨੁਸਾਰ ਹੀ ਬਹੁਤ ਕੁਛ ਚੱਲਣਾ। ਅਮਰੀਕਾ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਕੇਸ ਹੋ ਚੁੱਕੇ ਨੇ। ਨਿਊਯਾਰਕ ਦੇ ਵਿੱਚ ਸਭ ਤੋਂ ਵੱਧ ਨੇ। ਵੱਖ-ਵੱਖ ਡਾਟਾ ਅਸੀਂ ਰੋਜ਼ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਅੱਜ ਜਿਹੜੀ ਗੱਲ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਂਝੇ ਕਰਦੇ ਆਏ ਹਾਂ ਕਿ ਇਸ ਕੇਸ ਦੇ ਵਿੱਚ, ਸਾਰੇ ਕੇਸਿਸ ਦੇ ਵਿੱਚ ਸਭ ਤੋਂ ਪਹਿਲਾਂ ਕੇਸਿਸ ਦੀ ਗਿਣਤੀ ਘੱਟ ਆ, ਫਿਰ ਇਹ ਵੱਧਦੀ ਇੱਕ ਸਿਖਰ 'ਤੇ ਜਾਂਦੀ ਆ, ਉਹਦੇ ਤੋਂ ਬਾਅਦ ਇਹ ਥੱਲੇ ਨੂੰ ਆਉਣਾ ਸ਼ੁਰੂ ਕਰ ਦਿੰਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹੜੀ ਉਹ ਕਰਵ ਆ ਫਲੈਟ ਹੋ ਗਈ ਜਾਂ ਉਹਨੇ ਮੋੜਾ ਪਾ ਲਿਆ। ਇਹ ਅੰਦਾਜ਼ਾ ਅਸੀਂ ਕਿੱਥੋਂ ਲਾਉਂਦੇ ਹਾਂ? ਇਹ ਲਾਉਂਦੇ ਹਾਂ ਕਿ ਇੱਕ ਦਿਨ ਦੇ ਵਿੱਚ ਕਿੰਨੇ ਨਵੇਂ ਕੇਸ ਸਾਹਮਣੇ ਆਏ ਆ। ਜਿਵੇਂ ਅੱਜ BC ਦੇ ਵਿੱਚ 50 ਆਏ ਆ, ਕੱਲ੍ਹ ਕੋਈ ਨਹੀਂ ਆਇਆ, ਇੱਕ ਦਿਨ 97 ਆਏ ਸੀ। ਅਸੀਂ ਇੱਦਾਂ ਅੰਦਾਜ਼ਾ ਲਾਉਂਦੇ ਹਾਂ। ਅਮਰੀਕਾ ਦੇ ਵਿੱਚ ਇਹ ਸਾਰਾ ਕੁਛ ਮਾਰਚ ਦੇ ਪਹਿਲੇ ਦੂਜੇ ਹਫ਼ਤੇ ਦੇ ਵਿੱਚ ਸ਼ੁਰੂ ਹੋਇਆ ਸੀ ਵੱਡੇ ਪੱਧਰ 'ਤੇ। ਉਹ ਕੇਸ ਵੱਧਦੇ ਗਏ, ਪਹਿਲਾਂ 100, 200, ਰੋਜ਼ 500, 1000, 2000, 3000। ਇਹ ਕਰਦੇ ਕਰਦੇ 4 ਅਪ੍ਰੈਲ ਨੂੰ ਉੱਥੇ 34,000 ਨਵਾਂ ਕੇਸ ਸਾਹਮਣੇ ਆਇਆ ਸੀ ਅਮਰੀਕਾ ਦੇ ਵਿੱਚ। ਇੱਕ ਦਿਨ ਦੇ ਵਿੱਚ 4 ਅਪ੍ਰੈਲ ਨੂੰ 34,000 ਕੇਸ। 4 ਅਪ੍ਰੈਲ ਤੋਂ ਲੈ ਕੇ ਅੱਜ 27 ਹੋ ਗਈ ਆ ਜਾਂ 24 ਤੱਕ ਉੱਥੇ ਰੋਜ਼ ਨਵੇਂ ਕੇਸ ਆਉਂਦੇ ਰਹੇ, ਪਰ ਉਹ ਕਦੇ ਵੀ 34,000 ਨੂੰ ਕ੍ਰੋਸ ਨਹੀਂ ਕੀਤਾ ਉਹਨਾਂ ਨੇ। ਜਿੱਥੋਂ ਇਹ ਅੰਦਾਜ਼ਾ ਲਾ ਲਿਆ, ਜਿੱਥੋਂ ਇਹ ਅਸੀਂ ਗੱਲ ਮੰਨ ਲਈ ਕਿ ਇਹ ਇੱਕ ਵਾਰੀ ਪਹਾੜੀ ਦੇ ਸਿਖਰ 'ਤੇ ਪਹੁੰਚ ਗਏ ਆ। ਹੁਣ 34,000 ਇੱਕ ਦਿਨ ਦੇ ਵਿੱਚ ਮੈਕਸੀਮਮ ਨੰਬਰ ਸੀਗਾ, ਹੁਣ ਇਹ ਥੱਲੇ ਨੂੰ ਡਿਕਲਾਈਨ ਹੋ ਰਿਹਾ। ਪਰ ਹੋਇਆ ਕਿ 24 ਅਪ੍ਰੈਲ ਨੂੰ, ਜਾਣੀ ਕਿ ਫਰਾਈਡੇ 24 ਅਪ੍ਰੈਲ ਨੂੰ ਉੱਥੇ ਜਿਹੜੇ ਫਰਾਈਡੇ 24 ਅਪ੍ਰੈਲ ਨੂੰ ਉੱਥੇ 39,000 ਦੇ ਕਰੀਬ ਨਵੇਂ ਕੇਸ ਆ ਗਏ। 4 ਅਪ੍ਰੈਲ ਨੂੰ 34,000 ਸੀ, ਉਸ ਤੋਂ ਬਾਅਦ ਘਟ ਰਹੇ ਸੀ। ਇੱਕਦਮ ਫਿਰ 20 ਦਿਨ ਬਾਅਦ ਉਦਣ ਤੋਂ ਜਿਹੜੇ ਆ 39,000 ਦੇ ਕਰੀਬ, 38,000 ਕੁਛ ਕੇਸ ਜਿਹੜੇ ਸਾਹਮਣੇ ਆ ਗਏ। ਇਹਦਾ ਮਤਲਬ ਕੀ ਹੋਇਆ ਕਿ ਉਹ ਉਸ ਕਰਵ ਤੋਂ ਥੱਲੇ ਨੂੰ ਨਹੀਂ ਗਏ, ਅਜੇ ਉੱਪਰ ਵੱਲ ਨੂੰ ਜਾ ਰਹੇ ਆ। ਔਰ ਇੱਕ ਵਾਰੀ ਉਸ ਸਿਖਰ 'ਤੇ ਪਹੁੰਚਣਗੇ, ਉਸ ਤੋਂ ਬਾਅਦ ਅੰਦਾਜ਼ਾ ਲੱਗੂਗਾ ਕਿ ਉਹਨਾਂ ਨੇ ਥੱਲੇ ਕਦੋਂ ਆਉਣਾ। ਇਹ ਇੱਕ ਵੱਡੀ ਚਿੰਤਾ ਦੀ ਵਿਸ਼ਾ ਆ ਕਿ ਹਜੇ ਤੱਕ ਉਹ ਥੱਲੇ ਨਹੀਂ ਆਏ। ਜੇ ਅੱਜ ਅਸੀਂ ਮੰਨ ਲਈਏ ਕਿ 24 ਤਰੀਕ ਨੂੰ ਉੱਥੇ 38-39,000 ਕੇਸ ਨਵਾਂ ਸਾਹਮਣੇ ਆਇਆ, ਇਹਦਾ ਮਤਲਬ ਆ ਹਜੇ ਇਹਨਾਂ ਨੂੰ 2 ਮਹੀਨੇ ਘੱਟੋ ਘੱਟ ਆਰਾਮ ਨਾਲ ਲੱਗ ਜਾਣੇ ਆ ਇਹਨੂੰ ਥੱਲੇ ਲਿਆਉਂਦੇ ਹਨ। ਖਤਮ ਹੋਣ 'ਤੇ ਨਹੀਂ, ਘੱਟੋ ਘੱਟ ਜੇ ਉੱਥੇ ਜਿਹੜਾ 38,000 ਕੇਸ ਆ ਉਹ ਫਿਰ ਹੌਲੀ ਹੌਲੀ 36,000 ਹੋਊਗਾ, 32,000, 30,000, 15,000। ਜਦੋਂ ਤੱਕ 100-200 ਕੇਸ ਸਾਹਮਣੇ ਆਉਂਦਾ, ਇਹਨੂੰ ਘੱਟੋ ਘੱਟ 2-3 ਮਹੀਨੇ ਆਰਾਮ ਨਾਲ ਲੱਗ ਜਾਣਗੇ। ਸੋ ਜਿੱਥੇ ਅਸੀਂ ਸਮਝਦੇ ਸੀ ਕਿ ਇਹ ਘਟਣ ਵਾਲੀ ਗਿਣਤੀ 4 ਅਪ੍ਰੈਲ ਤੋਂ ਗਿਣ ਰਹੇ ਸੀ, ਉਹ ਹੁਣ 24 ਅਪ੍ਰੈਲ ਤੋਂ ਹੋ ਗਈ। ਦੂਜੀ ਗੱਲ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਸਿਸ ਹੋਰ ਵੱਧ ਜਾਣ। ਨਿਊਯਾਰਕ ਜਿੱਥੇ ਸਭ ਤੋਂ ਵੱਧ ਕੇਸ ਵਧੇ, ਉੱਥੇ ਕੰਟਰੋਲ ਦੇ ਵਿੱਚ ਹੈਗੇ ਆ, ਪਰ ਬਾਕੀ ਸਾਰੇ ਦੇਸ਼ ਦੇ ਵਿੱਚੋਂ ਫੈਲਣੇ ਸ਼ੁਰੂ ਹੋ ਗਏ, ਸਾਰੀਆਂ ਸਟੇਟਸ ਦੇ ਵਿੱਚੋਂ। ਫਿਰ ਉਹ ਥੋੜ੍ਹਾ ਜਿਹੜੀ ਗਿਣਤੀ ਸੀ ਉਹਨੇ ਇੱਕਦਮ ਇਸ ਗਿਣਤੀ ਨੂੰ ਵਧਾ ਦਿੱਤਾ। ਇਹ ਇੱਕ ਵੱਡੀ US ਦੀ ਖਾਸ ਤੌਰ 'ਤੇ ਚਿੰਤਾ ਵਾਲੀ ਗੱਲ ਆ। ਔਰ ਉੱਥੇ 2600 ਦੇ ਕਰੀਬ ਮੌਤਾਂ ਜਿਹੜੀਆਂ 21 ਅਪ੍ਰੈਲ ਨੂੰ ਹੋਈਆਂ ਸੀ। ਜੇ ਤੁਸੀਂ ਉਹਨੂੰ ਵੀ ਲਓ ਤੇ ਉਹਨੂੰ ਵੀ ਘੱਟਦੇ ਨੂੰ ਹਜੇ 3 ਮਹੀਨੇ ਲੱਗ ਜਾਣੇ। ਸੋ ਜਿਹੜੀਆਂ ਗੱਲਾਂ ਆਮ ਤੌਰ 'ਤੇ ਕਰ ਰਹੇ ਹਾਂ ਕਿ ਅਜੇ ਇਹਨੂੰ 6 ਮਹੀਨੇ 8 ਮਹੀਨੇ ਲੱਗ ਜਾਣੇ ਸਾਰਾ ਕੁਛ ਨੋਰਮਲ ਹੁੰਦੇ ਨੂੰ, ਫਿਰ ਵੈਕਸੀਨ ਆਉਂਦੀ, ਉਹਦੇ ਤੋਂ ਬਾਅਦ ਜਾ ਕੇ ਸਾਰਾ ਕੁਛ ਠੀਕ ਠਾਕ ਹੋਊਗਾ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ। ਇਹ ਅੰਦਾਜ਼ਾ ਅਸੀਂ ਕਿੱਥੋਂ ਲਾ ਸਕਦੇ ਹਾਂ? ਇਟਲੀ ਤੋਂ।
ਸਪੇਨ ਤੋਂ, ਕਿ ਜਿੱਦਣ ਉਹਨਾਂ ਦੇ ਮੈਕਸੀਮਮ ਨੰਬਰ ਕੇਸ ਆਏ ਸੀ ਉਦੋਂ ਤੋਂ ਬਾਅਦ ਮਹੀਨਾ ਦੇ ਕਰੀਬ ਹੋ ਗਿਆ, ਹਜੇ ਉਹਨਾਂ ਦੇ ਖਤਮ ਨਹੀਂ ਹੋਇਆ, ਅੱਧ ਜਾਇ 'ਚੋਂ ਆਏ ਆ, ਮਹੀਨਾ 2 ਮਹੀਨੇ ਉਹਨਾਂ ਦੇ ਹੋਰ ਲੱਗਣਗੇ ਸਾਰਾ ਕੁਝ ਖਤਮ ਹੋਣ ਨੂੰ। ਸੋ ਇਹ ਇੱਕ ਨਵੀਂ ਜਿਹੜੀ ਚਿੰਤਾ ਵਾਲੀ ਗੱਲ ਆ ਕਿ ਅਮਰੀਕਾ ਦੇ ਵਿੱਚ ਮੈਕਸੀਮਮ ਨੰਬਰ ਆਫ ਕੇਸਸ ਇੱਕ ਦਿਨ ਦੇ ਵਿੱਚ ਜਿਹੜੇ ਆਏ ਆ ਉਹ 24 ਅਪ੍ਰੈਲ ਨੂੰ ਇੱਕ ਵਾਰੀ ਫੇਰ 38,000 ਤੋਂ ਜ਼ਿਆਦਾ ਹੋ ਗਏ ਆ। ਇਹਦਾ ਮਤਲਬ ਅਜੇ ਹੋਰ ਲੰਬਾ ਸਮਾਂ ਲੱਗਣਾ ਇਹਨੂੰ ਠੀਕ ਠਾਕ ਹੋਣ ਦੇ ਵਿੱਚ। ਸੋ ਹੋਰ ਜਾਣਕਾਰੀ ਬਹੁਤ ਸਾਰੀ ਇਹਦੇ ਉੱਤੇ ਕੋਵਿਡ-19 ਦੇ ਉੱਤੇ ਹੁਣ ਕੀ ਹੋ ਰਿਹਾ ਇਸ ਵੇਲੇ, ਕੀ ਅਪਡੇਟ ਆ, ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਪ੍ਰਗਟ ਸਿੰਘ ਪੁਰਜੀ, ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜਸਕਰਨ ਤੇ ਸਾਰੇ ਹੀ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਰਮਾਦਾਨ ਦਾ ਮਹੀਨਾ ਚੱਲ ਰਿਹਾ, ਮੁਸਲਿਮ ਮੇਰੇ ਭੈਣ ਭਰਾ ਉਹਨਾਂ ਨੂੰ ਮੁਬਾਰਕ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਾਨੂੰ ਥੋੜਾ ਜਿਹਾ ਦੱਸੋ ਜੀ, ਸਾਡੇ ਕੁਝ ਕਮੈਂਟ ਵੀ ਕਿਸੇ ਨੇ ਕੀਤਾ ਇੱਥੇ, ਭੁਪੇਸ਼ ਗੋਇਲ, ਉਹ ਕਹਿੰਦੇ ਵੀ ਇਹ ਡਰਾਮਾ ਸਮਝ ਨਹੀਂ ਆ ਰਿਹਾ, ਇਹ ਹੋ ਕੀ ਰਿਹਾ ਹੁਣ? ਫਿਰ US ਦੇ ਵਿੱਚ ਨੰਬਰ ਆਫ ਕੇਸਸ ਇੱਕ ਦਿਨ ਵੱਧ ਗਏ, ਕੈਨੇਡਾ 'ਚ ਅਸੀਂ ਕਿੱਥੇ ਖੜੇ ਹਾਂ, ਕੀ ਅਸੀਂ ਮੈਕਸੀਮਮ ਨੰਬਰ ਤੇ ਜਾ ਚੁੱਕੇ ਹਾਂ, ਇਹ ਹੋ ਕੀ ਰਿਹਾ ਜੀ? ਪਹਿਲਾਂ ਕੈਨੇਡਾ ਦੀ ਗੱਲ ਕਰਦੇ ਹਾਂ ਔਰ ਉਹ 'ਚ BC ਤੋਂ ਸਟਾਰਟ ਕਰਾਂਗੇ। ਅੱਜ ਸਾਡੇ ਮਾਨਯੋਗ ਡਾਕਟਰ ਬੌਨੀ ਹੈਨਰੀ ਨੇ ਦੱਸਿਆ ਵੀ 48 ਘੰਟੇ 'ਚ, ਕਿਉਂਕਿ ਉਹ ਵੀਕਐਂਡ 'ਚ ਸੰਡੇ ਨਹੀਂ ਹੁੰਦੇ, ਸੋ 48 ਘੰਟੇ 'ਚ 50 ਨਵੇਂ ਕੇਸਿਸ ਆਏ। ਲੇਕਿਨ ਉਹਨਾਂ ਨੇ ਉਹਦਾ ਵੇਰਵਾ ਵੀ ਦਿੱਤਾ ਵੀ ਸੈਟਰਡੇ ਦੇ ਸੀ 39 ਵੀ 39 ਤੇ ਸੰਡੇ ਦੇ ਸਿਰਫ 11 ਸੀ। ਹੁਣ ਦੂਜੇ ਪਾਸੇ ਦੇਖੋ 48 ਘੰਟੇ 'ਚ 3 ਮੌਤਾਂ ਹੋਈਆਂ, ਅਸੀਂ 103 'ਚ ਅੱਪੜ ਗਏ। ਲੇਕਿਨ ਜਿਹੜੇ ਐਡਮਿਸ਼ਨ ਵਾਲੀ ਦਰ ਬਹੁਤ ਥੱਲੇ ਆ ਗਈ 104, ਔਰ ਜਿਹੜੇ ICU 'ਚ ਦੇਖੋ ਅਸੀਂ 75-80 ਤੱਕ ਅੱਪੜ ਗਏ, ਸੋ ਸਿਰਫ 36 ਆ ਵੀ ਜਿਹੜੇ ਬਹੁਤ ਜ਼ਿਆਦਾ ਸਿੱਕ ਕਹਿ ਸਕਦੇ। ਸੋ ICU ਦੀ ਜਿਹੜੀ ਦਰ ਆ ਉਹ ਥੱਲੇ ਨੂੰ ਬਹੁਤ ਆ ਗਈ ਆ, ਜਿਹੜੇ ਹਸਪੀਟਲ 'ਚ ਆ ਉਹ ਵੀ ਘਟ ਗਏ ਆ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਅਸੀਂ ਗੁੱਡ ਜ਼ੋਨ 'ਚ ਜਾ ਰਹੇ ਹਾਂ। ਮੈਂ ਨਾ ਇੱਕ ਕੱਲ ਸ਼ਾਮੀ ਗ੍ਰਾਫ ਸ਼ੇਅਰ ਕੀਤਾ ਸੀ ਵੀ BC ਦੀ ਆਬਾਦੀ ਹੈਗੀ 5.1 ਮਿਲੀਅਨ। ਅਗਰ ਆਪਾਂ ਪੂਰੇ ਨਾਰਥ ਅਮਰੀਕਾ 'ਚ ਕੋਈ ਵੀ ਪ੍ਰੋਵਿੰਸ, ਕੋਈ ਵੀ ਸਟੇਟ ਲੈ ਲਈਏ ਔਰ ਪੂਰਾ ਯੂਰਪ ਲੈ ਲਈਏ ਜਿਹਦੀ ਆਬਾਦੀ 5 ਮਿਲੀਅਨ ਜਾਂ ਉਸ ਤੋਂ ਉੱਤੇ ਆ, ਤੇ ਸਾਡਾ ਡੈਥ ਰੇਟ ਹੈਗਾ 19 ਪਰ ਮਿਲੀਅਨ। ਸੋ ਅਗਰ ਆਪਾਂ ਉਹ ਦੇਖੀਏ ਤਾਂ ਅਸੀਂ ਬਹੁਤ ਲੋਵੇਸਟ ਹੈਗੇ ਆ। ਈਵਨ ਚੈਕ ਰਿਪਬਲਿਕ ਜਿਹਦਾ ਕੰਟਰੋਲ ਬਹੁਤ ਵਧੀਆ ਸੀ ਉਹ ਵੀ 20 ਪਰ ਮਿਲੀਅਨ 'ਚ ਹੈਗਾ। ਨਿਊਯਾਰਕ ਹੈਗਾ 1000 ਪਰ ਮਿਲੀਅਨ, ਇਟਲੀ ਅਰਾਊਂਡ 430 ਹੈਗਾ, ਕਿਊਬੈਕ ਜਿਹੜਾ 158 ਆ, ਤੇ ਟੋਰਾਂਟੋ ਜਾਂ ਓਨਟਾਰੀਓ 56 ਆ ਪਰ ਮਿਲੀਅਨ। ਹੁਣ ਗੱਲ ਇੱਥੇ ਆਉਂਦੀ ਆ ਵੀ ਕਾਫੀ ਪ੍ਰੋਵਿੰਸਸ ਜਿਹੜੇ ਹੈਗੇ ਆ ਮਾਨਯੋਗ ਪ੍ਰਧਾਨ ਮੰਤਰੀ ਦੇ ਨਾਲ ਇਸ ਵੀਕਐਂਡ 'ਚ ਮੀਟਿੰਗਾਂ ਕਰ ਚੁੱਕੇ ਨੇ, ਔਰ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਫੇਰ ਕਿਹਾ ਵੀ ਇਹ ਫੈਡਰਲ ਗੱਲ ਨਹੀਂ ਹੈਗੀ, ਇਹ ਪ੍ਰੋਵਿੰਸ਼ੀਅਲ ਗੱਲ ਆ, ਜਦੋਂ ਜਦੋਂ ਤੁਸੀਂ ਖੋਲਣਾ। ਲੇਕਿਨ ਇੱਕ ਵਾਅਦਾ ਕਰੋ ਵੀ ਤੁਹਾਡੇ ਕੋਲ ਹੈਲਥ ਕੇਅਰ ਵਾਸਤੇ ਹਸਪੀਟਲ 'ਚ ਇਨਫ ਸਟਾਫ ਹੋਊਗਾ, ICU ਦਾ ਮੈਨ ਪਾਵਰ ਹੋਊਗੀ, ਅਗਰ ਕੇਸ ਵੱਧਦੇ ਆ ਤੇ ਉਹਦੀ ਦੇਖ ਰੇਖ ਵਾਸਤੇ ਹੋਊਗੀ, ਉਹ ਫੈਡਰਲ ਜ਼ਿੰਮੇਵਾਰੀ ਮੇਰੀ ਬਣਦੀ ਆ। ਬਟ ਟੈਰੀਟੋਰੀਜ਼ ਤੇ ਪ੍ਰੋਵਿੰਸਸ ਉਹਨਾਂ ਨੂੰ ਪੂਰਾ ਹੱਕ ਹੈਗਾ ਖੋਲਣ ਦਾ। ਸਭ ਤੋਂ ਪਹਿਲਾਂ ਨਿਊ ਬ੍ਰੰਸਵਿਕ ਜਿਹੜੇ ਹੈਗੇ ਆ ਉਹ ਖੋਲਣ ਜਾ ਰਹੇ, ਕਿਉਂਕਿ ਉੱਥੇ ਪਿਛਲੇ ਹੁਣ 10 ਦਿਨ ਤੋਂ ਕੋਈ ਕੇਸ ਨਹੀਂ ਆਇਆ, ਔਰ ਇਹ ਛੋਟਾ ਜਿਹੜਾ ਹੈਗਾ ਪ੍ਰੋਵਿੰਸ ਹੈ ਕਰੀਬਨ 7,80,000 ਵਾਲਾ। ਤਾਂ ਉਹਨਾਂ ਨੇ ਡਿਵੈਲਪ ਕੀਤਾ ਫੈਮਿਲੀ ਬਬਲ ਵੀ ਦੇਖੋ ਅਸੀਂ ਸੋਸ਼ਲ ਐਨੀਮਲ ਹੈਗੇ ਆ, ਸਾਡਾ ਜੀ ਕਰਦਾ ਇੱਕ ਦੂਜੇ ਨਾਲ ਮਿਲਣ ਨੂੰ। ਹੁਣ ਅਸੀਂ ਲਾਕਡਾਊਨ 'ਚ ਫਸ ਗਏ ਵੀ ਕਿਸੇ ਨੂੰ ਬੁਲਾ ਨਹੀਂ ਸਕਦੇ ਸੀ, ਨਾ ਕਿਸੇ ਦੇ ਘਰ ਜਾ ਸਕਦੇ ਸੀ, ਸਟ੍ਰਿਕਟ ਹਦਾਇਤਾਂ ਸੀ। ਉਹ ਕਹਿੰਦੇ ਆ ਵੀ 2 ਪਰਿਵਾਰ ਪਹਿਲਾਂ ਇਕੱਠੇ ਹੋ ਜਾਓ, ਅਗਰ ਉਹ ਚੱਲਦਾ ਤਾਂ ਫਿਰ ਅਸੀਂ ਦੇਖਦੇ ਹਾਂ ਕੇਸਿਸ ਥੱਲੇ ਤਾਂ ਫਿਰ ਹੋਰ ਮਿਕਸ ਕਰ ਲਓ, ਵੀ ਇੱਕ ਬਬਲ ਵਧਾਇਆ ਜਾਊਗਾ ਹੌਲੀ ਹੌਲੀ। ਨਾਲੇ ਉਹ ਸਕੂਲ ਨੂੰ ਵੀ ਖੋਲਣਾ ਚਾਹੁੰਦੇ ਆ। ਕਿਊਬੈਕ 'ਚ ਜਿੱਥੇ ਮੈਂ ਜ਼ਿਕਰ ਕੀਤਾ ਸੀ ਸਭ ਤੋਂ ਜ਼ਿਆਦਾ ਤਰਾਸਦੀ, ਸਭ ਤੋਂ ਜ਼ਿਆਦਾ ਕੇਸਿਸ, ਸਭ ਤੋਂ ਜ਼ਿਆਦਾ ਮੌਤਾਂ ਹੋਈਆਂ, ਉੱਥੇ ਅਰਾਊਂਡ 80% ਰੈਸੀਡੈਂਸ਼ੀਅਲ ਕੇਅਰ ਹੋਮ 'ਚ ਹੋਈਆਂ। ਅੱਜ ਉੱਥੋਂ ਸਾਰੀ ਸਾਡੇ ਕੋਲ ਨਿਊਜ਼ ਆ ਰਹੀ ਆ। ਉੱਥੇ ਦੇ ਜਿਹੜੇ ਪ੍ਰੀਮੀਅਰ ਆ ਉਹ ਸੋਚ ਰਹੇ ਆ ਵੀ ਆਉਣ ਵਾਲੇ ਸਮੇਂ 'ਚ ਜਦੋਂ ਖੋਲਣਗੇ ਤਾਂ ਜਿਹੜੇ 11 ਸਾਲ ਤੋਂ ਥੱਲੇ ਨਿਆਣੇ ਆ ਗ੍ਰੇਡ 6 ਤੱਕ, ਉਹਨਾਂ ਦੇ ਲਈ ਖੋਲਣਗੇ, ਕਿਉਂਕਿ 20% ਉਹ ਬੱਚੇ ਆ ਉਹਨਾਂ ਨੂੰ ਮਾਰਨਿੰਗ ਬ੍ਰੇਕਫਾਸਟ ਵੀ ਸਕੂਲੇ ਮਿਲਦਾ। ਸੋ ਉਹਨਾਂ ਦੀ ਨਿਊਟ੍ਰੀਸ਼ਨ ਜਿਹੜੀ ਹੈਗੀ ਆ ਉਹ ਵੀ ਕਿਤੇ ਵਾਂਝੀ ਨਾ ਰਹਿ ਜਾਏ। ਨਾਲੇ ਜਿਹੜੇ ਬੱਚੇ ਆ ਉਹ ਸੋਸ਼ਲ ਲਰਨਿੰਗ ਤੋਂ ਜ਼ਿਆਦਾ ਸਿੱਖਦੇ ਆ, ਲੇਕਿਨ ਉਹਨਾਂ ਨੂੰ ਸਿਖਾਇਆ ਜਾਏਗਾ ਵੀ 6 ਫੁੱਟ ਦੀ ਦੂਰੀ ਤੇ ਰਹਿਣਾ, ਹੈਂਡ ਵਾਸ਼ਿੰਗ ਕਿੱਦਾਂ ਕਰਨੀ, ਜਿਹੜਾ ਆਈਸੋਲੇਸ਼ਨ ਦਾ ਜਿਹੜੇ ਆਪਾਂ ਫੋਲੋ ਕਰਦੇ ਆ ਹਾਈਜੀਨ ਦੇ ਰੂਲਸ, ਉਹ ਸਾਰੇ ਮਤਲਬ ਸਿਖਾਏ ਜਾਣਗੇ। ਓਨਟਾਰੀਓ ਨੇ ਵੀ 3 ਪਲਾਨ ਜਿਹੜਾ ਹੈਗਾ ਫੋਰਡ ਸਾਹਿਬ ਨੇ ਦੱਸਿਆ, ਲੇਕਿਨ ਡੇਟਾ ਨਹੀਂ ਦੱਸੀਆਂ। ਉਹ ਕਹਿੰਦਾ ਹਰ ਇੱਕ ਜਿਹੜਾ ਹੈਗਾ ਹੌਲੀ ਹੌਲੀ ਖੁੱਲੂਗਾ, ਪ੍ਰੋਡਕਸ਼ਨ ਦਾ ਵੀ, ਰੈਸਟੋਰੈਂਟ ਦਾ ਵੀ, ਤੇ ਇਹ 2-2 3-3 ਹਫ਼ਤੇ ਬਾਅਦ ਰੀਵੈਲਿਊਟ ਕੀਤਾ ਜਾਊਗਾ। BC ਵਿੱਚ ਵੀ ਮੇਰੇ ਖਿਆਲ ਨਾਲ ਕੁਝ ਗੋਲਫ ਕੋਰਸ ਜਿਹੜੇ ਹੈਗੇ ਖੁੱਲ੍ਹ ਜਾਣ ਦੀ ਗੱਲਾਂ ਹੋ ਰਹੀਆਂ। ਰੈਸਟੋਰੈਂਟ ਲੌਬੀ ਬਹੁਤ ਕੋਸ਼ਿਸ਼ ਕਰ ਰਹੀ ਆ ਬੌਨੀ ਹੈਨਰੀ ਨੂੰ, ਤੇ ਉਹ ਬੌਨੀ ਹੈਨਰੀ ਉਹਨਾਂ ਦੇ ਉੱਤੇ
ਵਾਚ ਵੀ ਕਰ ਰਹੇ ਵੀ ਅਗਰ ਉਹ ਉਹਨਾਂ ਨੂੰ ਗਰੰਟੀ ਦਿੰਦੇ ਆ ਰੈਸਟੋਰੈਂਟ ਵਾਲੇ ਵੀ ਅਸੀਂ 6-6 ਫੁੱਟ ਦਾ ਦਾਇਰਾ ਰੱਖ ਸਕਾਂਗੇ, ਹਾਈਜੀਨ ਫੋਲੋ ਕਰ ਸਕਾਂਗੇ, ਤੇ ਮੇਬੀ ਕੁਝ ਇੱਕ ਰੈਸਟੋਰੈਂਟਸ ਹੌਲੀ ਹੌਲੀ ਉਹ ਪਾਇਲਟ ਪ੍ਰੋਜੈਕਟ ਖੋਲ ਕੇ ਦੇਖਣਗੇ। ਫੇਰ ਗੱਲਾਂ ਚੱਲਦੀਆਂ ਪ੍ਰੋਡਕਸ਼ਨ ਦੀਆਂ ਤੇ ਹੋਰ ਚੀਜ਼ਾਂ ਦੀਆਂ, ਲੇਕਿਨ ਅਸੀਂ ਜਿੱਦਾਂ ਨਾ ਹੌਲੀ ਹੌਲੀ ਪੱਬਾਂ ਪੈਰ ਮਤਲਬ ਸਲੋ ਮੋਸ਼ਨ 'ਚ ਜਾਵਾਂਗੇ ਔਰ ਇਵੈਂਚੁਅਲੀ ਕਾਫੀ ਚੀਜ਼ਾਂ ਖੁੱਲਣਗੀਆਂ। ਇੱਕ ਕੰਟਰੀ ਹੈਗੀ ਆ ਜਿਹੜਿਆਂ ਨੇ ਕੋਵਿਡ ਦੇ ਉੱਤੇ ਵਿਜੇ ਪਾ ਦਿੱਤੀ, ਉਹ ਹੈਗੀ ਨਿਊਜ਼ੀਲੈਂਡ। ਉੱਥੇ ਹੁਣ ਅੱਜ ਤੋਂ ਕਾਫੀ ਚੀਜ਼ਾਂ ਹੌਲੀ ਹੌਲੀ ਖੁੱਲਦੀਆਂ ਜਾਂਦੀਆਂ ਤੇ ਉਹ ਬਹੁਤ ਸਟ੍ਰਿਕਟ ਉਹਨਾਂ ਨੇ ਲਿਆ ਸੀ। ਉਹਨਾਂ ਦੀ ਡੈਥ ਸੀ 2.5 ਪਰ ਮਿਲੀਅਨ, ਆਸਟ੍ਰੇਲੀਆ ਦੀ 2.8 ਪਰ ਮਿਲੀਅਨ ਸੀ। ਸੋ ਇਸ ਲਈ ਉਹ ਕੰਟਰੀ ਜਿਹੜੀ ਹੈ ਵਧਾਈ ਦੀ ਪਾਤਰ ਆ, ਜਿਹੜੇ ਉਹਨਾਂ ਨੇ ਲੋਕਡਾਊਨ ਜਨਵਰੀ ਤੋਂ ਹੀ ਕਰਤਾ ਸੀ। ਹੁਣ ਦੇਖ ਲਓ ਉਹਨਾਂ ਨੂੰ ਕਰੀਬਨ 3.5 ਮਹੀਨੇ ਲੱਗ ਗਏ। ਅਗਰ ਆਪਾਂ ਚਾਈਨਾ ਦਾ ਮਾਡਲ ਦੇਖੀਏ ਤੇ 76 ਦਿਨ ਜਾਂ ਉਹਨੂੰ 2 ਮਹੀਨੇ 2 ਹਫ਼ਤੇ 2 ਦਿਨ ਹੁੰਦੇ ਆ, ਤੇ ਅਸੀਂ ਕਰੀਬਨ ਲੋਕਡਾਊਨ 'ਚ ਮਿਡਲ ਆਫ ਮਾਰਚ 'ਚ ਆਏ ਸੀ। ਕਰੀਬਨ ਸਾਨੂੰ ਹੁਣ ਇਸ ਵੇਲੇ 6ਵਾਂ ਜਾਂ 7ਵਾਂ ਹਫ਼ਤਾ ਚੱਲ ਰਿਹਾ। ਸੋ ਅਜੇ ਵੀ ਬੌਨੀ ਹੈਨਰੀ ਜਾਂ ਜਿਹੜੇ ਸਾਡੇ ਪ੍ਰੀਮੀਅਰ ਹੈ ਮਾਨਯੋਗ ਜੌਨ ਹੌਰਗਨ, ਉਹਨਾਂ ਨੇ 100% ਸੰਕੇਤ ਨਹੀਂ ਦਿੱਤਾ, ਲੇਕਿਨ ਗੱਲਾਂ ਚੱਲ ਰਹੀਆਂ। ਜਿਹੜੇ ਡੈਂਟਿਸਟ ਹੈਗੇ ਆ ਉਹਨਾਂ ਦੀ ਵੀ ਗੱਲਾਂ ਚੱਲ ਰਹੀਆਂ ਵੀ ਉਹ ਵੀ ਅਗਰ ਡਿਸਟੈਂਸ ਫੋਲੋ ਕਰਨ ਤੇ ਉਹਨਾਂ ਨੂੰ ਵੀ ਹੌਲੀ ਹੌਲੀ ਇਜਾਜ਼ਤ ਮਿਲੂਗੀ। ਹੇਅਰ ਸਲੂਨ ਵਾਲੇ ਵੀ ਗੱਲਾਂ ਕਰ ਰਹੇ ਆ ਵੀ ਸਾਡੀ ਤੁਸੀਂ ਆ ਕੇ ਚੈੱਕਅਪ ਕਰੋ, ਸਾਡਾ ਜਿਹੜਾ ਰੈਗੂਲੇਟ ਕਰੋ ਇੰਡਸਟਰੀ ਨੂੰ। ਜਿਹੜੀ ਸਰਜਰੀਜ਼ ਹੈਗੀਆਂ ਇਲੈਕਟਿਵ ਸਰਜਰੀ, ਮੈਂ ਪਿਛਲੇ ਹਫ਼ਤੇ ਵੀ ਕਿਹਾ ਸੀ, ਸਭ ਤੋਂ ਪਹਿਲਾਂ ਹਰ ਇੱਕ ਪ੍ਰੋਵਿੰਸ 'ਚ ਉਹ ਖੁੱਲ੍ਹਣੀਆਂ ਔਰ ਉਦੋਂ ਪੇਸ਼ੈਂਟਸ ਦਾ ਨਾ ਚੈੱਕਅਪ ਹੋਊਗਾ ਵੀ ਇਹਨੂੰ ਕੋਵਿਡ ਹੈਗਾ ਕਿ ਨਹੀਂ ਹੈਗਾ, ਫਿਰ ਉਹਨੂੰ ਲਿਆਇਆ ਜਾਊਗਾ, ਉਹਦੀ ਇਲੈਕਟਿਵ ਸਰਜਰੀ ਹੋਊਗੀ। ਔਰ ਇਹ ਲਗਭਗ ਸਾਰੇ ਪ੍ਰੋਵਿੰਸ ਇਹਦੇ ਉੱਤੇ ਲੁੱਕ ਆਫਟਰ ਕਰ ਰਹੇ, ਕਿਉਂਕਿ ਇਸ ਵੇਲੇ 1,20,000 ਤੋਂ ਜ਼ਿਆਦਾ ਇਲੈਕਟਿਵ ਸਰਜਰੀ ਪੂਰੇ ਕੈਨੇਡਾ 'ਚ ਪਿੱਛੇ ਪੈ ਗਈਆਂ। ਹੁਣ ਉਹਦੇ ਵਿੱਚ ਕਈਆਂ ਦੀ ਬਾਇਓਪਸੀ ਹੋਣੀ ਆ, ਕਈਆਂ ਨੂੰ ਚਿੰਤਾ ਪਤਾ ਨਹੀਂ ਮੇਰੇ ਬਾਇਓਪਸੀ 'ਚ ਕੁਝ ਕੈਂਸਰ ਹੋਣਾ ਸੀ ਕਿ ਨਹੀਂ ਹੋਣਾ ਸੀ, ਉਹ ਡਿਲੇ। ਸੋ ਮਾਨਸਿਕਤਾ ਜਿਹੜੀ ਹੈਗੀ ਉਹਦੀ ਵੀ ਅਟੈਚਡ ਹੈ। ਕਈਆਂ ਦੀ ਰੂਟੀਨ ਚਲੋ ਗੋਡਾ ਪੈਣਾ ਨਵਾਂ ਜਾਂ ਹੋਰ ਚੀਜ਼ਾਂ ਉਹ ਵੀ ਇਹਦੇ ਵਿੱਚ ਸ਼ਾਮਿਲ ਹੈਗੇ ਆ। ਹੁਣ ਗੱਲ ਅਮਰੀਕਾ ਦੀ ਆਉਂਦੀ ਆ, ਉਹਦੇ ਵਿੱਚ ਇਹ ਕੋਈ ਮਤਲਬ ਸਾਡੇ ਕੋਲ ਸਾਇੰਟੀਫਿਕ ਪ੍ਰੂਫ ਨਹੀਂ ਆ ਵੀ ਕੇਸਿਸ ਕਿਉਂ ਵਧੇ ਆ, ਲੇਕਿਨ ਇਹ ਹਿਊਮਨ ਐਕਟੀਵਿਟੀ ਜਿਹੜੀ ਹੈਗੀ ਆ ਉਹਦੇ ਕਰਕੇ ਹੁੰਦੇ ਆ। ਔਰ ਮੇਰੀ ਬੇਟੀ ਨਿਊਯਾਰਕ 'ਚ ਹੈਗੀ, ਮੈਂ ਰੋਜ਼ ਗੱਲਾਂ ਕਰਦਾ ਉਹਦੇ ਨਾਲ, ਉਹ ਕਹਿ ਰਹੀ ਆ ਵੀ ਜਿਹੜੇ ਇਨ ਹਸਪੀਟਲ 'ਚ ਦਾਖਲ ਹੋਣ ਆ ਰਹੇ ਉਹ ਘਟ ਗਏ ਆ, ICU 'ਚ ਘਟ ਗਏ ਆ। ਟਰਬਲ ਇਹ ਹੈਗੀ ਆ ਵੀ ਉੱਥੇ ਅਮਰੀਕਾ 'ਚ ਅਗਰ ICU ਦੇ ਵਿੱਚ ਵੈਂਟੀਲੇਸ਼ਨ 'ਚ ਕੋਈ ਜਾਂਦਾ ਤੇ ਉਹ 80 to 85% ਚਾਂਸ ਹੈ ਵੀ ਉਹ ਦੁਬਾਰਾ ਉਹ ਵੈਂਟੀਲੇਸ਼ਨ ਤੋਂ ਬਾਹਰ ਨਹੀਂ ਆ ਸਕੂਗਾ। ਸਿਰਫ 15 ਤੋਂ 20% ਚਾਂਸ ਹੈ ਵੀ ਉਹ ਬਚ ਪਾਉਂਦਾ ਇਨਸਾਨ। ਸੋ ਇਸ ਲਈ ਉੱਥੇ ਅਜੇ ਥੋੜਾ ਟਾਈਮ ਲੱਗੂਗਾ। ਜੋ ਇਟਲੀ 'ਚ ਹੋਇਆ ਉਹ ਮਤਲਬ ਉੱਥੇ ਗੁਜ਼ਰ ਕੇ ਹੌਲੀ 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 ਅਜੇ 2 ਮਹੀਨੇ ਸ਼ਾਇਦ ਉਹਨਾਂ ਨੂੰ ਲੱਗਣਗੇ। ਔਰ ਇਹਦੇ ਮਤਲਬ ਜਿਹੜੇ ਹੈਗੇ ਆ ਉਹਨਾਂ ਦੇ ਐਂਡਰੂ ਕਿਊਮੋ ਸਾਹਿਬ, ਜਿਹੜੇ ਉਹਨਾਂ ਦੇ ਸਿਟੀ ਦੇ ਜਿਹੜੇ ਹੈਗੇ ਆ ਕਰਤਾ ਧਰਤਾ, ਉਹ ਕਹਿ ਰਹੇ ਆ ਵੀ ਕਰੀਬਨ 13 ਤੋਂ 14% ਲੋਕਾਂ ਦੇ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ। ਅਗਰ ਆਪਾਂ ਆਖੀਏ ਨਿਊਯਾਰਕ ਦੀ ਆਬਾਦੀ ਬਹੁਤ ਵੱਡੀ ਆ, ਇੰਨੇ ਤੇ ਪੇਸ਼ੈਂਟ ਉਹ ਪੋਜ਼ਿਟਿਵ ਨਹੀਂ ਆਏ ਟੈਸਟਿੰਗ 'ਚ, ਲੇਕਿਨ ਜਦੋਂ ਉਹਨਾਂ ਨੇ ਰੈਂਡਮ ਹਰ ਇੱਕ ਕਾਊਂਟੀ 'ਚ ਚੈੱਕ ਕੀਤੀ ਆ ਤੇ ਐਂਟੀਬਾਡੀਜ਼ ਆਈਆਂ। ਇਹਦਾ ਮਤਲਬ ਇਹ ਆ ਵੀ ਲੋਕਾਂ ਦੇ ਵਿੱਚ ਕੋਵਿਡ ਹੋ ਚੁੱਕਿਆ, ਕਈਆਂ ਨੂੰ ਪਤਾ ਵੀ ਨਹੀਂ ਲੱਗਾ, ਕਈਆਂ ਨੂੰ ਮਾੜਾ ਜਿਹਾ ਸਰਦੀ ਜ਼ੁਕਾਮ ਹੋਇਆ, ਲੇਕਿਨ ਉਹ ਕੋਵਿਡ ਹੀ ਸੀ। ਔਰ ਇਹਦੇ ਵਿੱਚ ਇੱਕ ਗੱਲ ਇਹ ਸਾਹਮਣੇ ਆਉਂਦੀ ਆ, ਆਈਸਲੈਂਡ ਤੋਂ ਸਟੱਡੀ ਆਈ ਸੀ ਵੀ 50% ਲੋਕੀ ਏਸਿਮਟੋਮੈਟਿਕ ਆ। ਅਮਰੀਕਾ ਤੋਂ ਵੀ ਸਟੱਡੀਜ਼ ਆ ਰਹੀਆਂ ਹੁਣ, ਖਾਸ ਕਰਕੇ ਨਿਊਯਾਰਕ ਤੋਂ ਵੀ ਕਰੀਬਨ 22 ਤੋਂ 25% ਲੋਕ ਆ ਉਹਨਾਂ ਨੂੰ ਸਿੰਪਟਮਸ ਨਹੀਂ ਹੁੰਦੇ। ਸੋ ਕਿਤੇ ਨਾ ਕਿਤੇ 25 ਤੋਂ 50% ਜਿਹੜੇ ਕੋਵਿਡ ਦੇ ਵਿਅਕਤੀ ਆ ਉਹਨਾਂ ਨੂੰ ਮਾਮੂਲੀ ਸਿੰਪਟਮ ਹੁੰਦੇ ਜਾਂ ਸਿੰਪਟਮ ਨਹੀਂ ਹੁੰਦੇ। ਸੋ ਉਹਦੇ ਵਿੱਚ ਇਹ ਜਿਹੜਾ ਫੈਲਾਅ ਕਈ ਵਾਰ ਹੋ ਜਾਂਦਾ, ਕਿਉਂਕਿ ਇੱਕ ਏਸਿਮਟੋਮੈਟਿਕ ਬੰਦਾ ਜਾਂ ਜਨਾਨੀ ਜਿਹਨੂੰ ਕੋਵਿਡ ਹੈਗਾ ਉਹ ਕਈਆਂ ਨੂੰ ਫੈਲਾ ਸਕਦਾ। ਸੋ ਇਹਦੀ ਥਿਊਰੀ ਇੱਥੇ ਆਉਂਦੀ ਜਸਕਰਨ ਜੀ। ਜੀ ਡਾਕਟਰ ਸਾਹਿਬ, 2 ਸਵਾਲ ਨੇ ਸਾਡੇ ਜਿਹੜੇ ਦਰਸ਼ਕ ਉਹਨਾਂ ਦੇ ਫੇਸਬੁੱਕ ਦੇ ਉੱਤੇ ਜਿਹੜੇ ਲੋਕ ਸਾਨੂੰ ਦੇਖ ਰਹੇ ਆ। ਇੱਕ ਤਾਂ ਦੱਸ ਰਿਹਾ ਕਿ ਜਿਹੜਾ 4 year old ਕਿਡ ਆ ਉਹ ਕਿੰਨਾ ਕੁ ਵਲਨਰੇਬਲ ਆ, ਉਹਨੂੰ ਕਿੰਨੇ ਕੁ ਚਾਂਸ ਆ, ਤੇ ਦੂਜਾ ਕਿ ਕੋਵਿਡ-19 ਦੇ ਕੁਛ ਜਿਹੜਾ US CDC ਆ ਉਹਨੇ ਕੁਛ ਨਵੇਂ ਲੱਛਣ ਦੱਸਿਆ, ਕੋਈ ਇਹਦੀ ਇੱਦਾਂ ਦੀ ਵੀ ਗੱਲ ਸਾਹਮਣੇ ਆਈ ਹੈ ਕਿ ਇਹਦੇ ਕੋਈ ਨਵੇਂ ਲੱਛਣ ਹੋਣ, ਜਾਂ ਜਿਹੜਾ ਇੱਕ 4 ਸਾਲ ਦਾ ਬੱਚਾ ਆ ਉਹ ਕਿੰਨਾ ਕੁ ਇਹਦੇ ਲਈ ਵਲਨਰੇਬਲ ਹੈ? ਜੀ ਹਾਂਜੀ, ਗੁੱਡ ਕੁਐਸਚਨ ਹੈਗੇ ਔਰ ਬੜੇ ਪ੍ਰੈਕਟੀਕਲ ਕੁਐਸਚਨ ਹੈਗੇ ਆ। ਦੇਖੋ ਸਾਡੇ ਕੋਲ ਜਿਹੜਾ ਕੈਨੇਡੀਅਨ ਡਾਟਾ ਕਰੀਬਨ ਉਦੋਂ 22,000 ਕੇਸਿਸ ਪੋਜ਼ਿਟਿਵ ਆ ਚੁੱਕੇ ਸੀ, ਹੁਣ ਇਸ ਵੇਲੇ 46,000 ਤੋਂ ਉੱਤੇ ਆ। ਉਹ ਪੁਰਾਣਾ ਡੇਟਾ, ਲੇਕਿਨ ਉਹ ਡੇਟੇ ਦੇ ਵਿੱਚ ਸਾਨੂੰ ਸਿੱਖਣ ਵਾਸਤੇ ਮਿਲਦੀ ਆ। ਜਿਹੜੇ 19 ਸਾਲ ਤੋਂ ਥੱਲੇ ਵਿਅਕਤੀ ਸੀ, ਜਿਹਦੇ ਵਿੱਚ ਅਫਕੋਰਸ ਉਹ 4 ਸਾਲ ਦਾ ਬੱਚਾ ਵੀ ਆਉਂਦਾ, ਸਿਰਫ 14 ਵਿਅਕਤੀ ਹਸਪੀਟਲ ਦਾਖਲ ਕਰਨ ਦੀ ਲੋੜ ਪਈ ਸੀ ਔਰ ਸਿਰਫ 2 ICU 'ਚ ਗਏ ਸੀ। ਅਗਰ ਤੁਸੀਂ ਉਹਨੂੰ ਐਕਸਟਰਾਪੋਲੇਟ ਕਰੋ 37 ਮਿਲੀਅਨ ਦੀ ਆਬਾਦੀ 'ਚ ਤਾਂ ਕੁਛ ਨਹੀਂ ਹੁੰਦਾ। ਇਹਦੇ ਵਿੱਚੋਂ 10 ਮਿਲੀਅਨ ਮੈਂ ਮੰਨਦਾ ਬੱਚੇ ਹੈਗੇ ਜਿਹੜੇ ਸਕੂਲਾਂ 'ਚ ਜਾ ਰਹੇ ਆ। ਸੋ ਇਹ ਨੰਬਰ ਬਹੁਤ ਘੱਟ ਆ, ਰਿਸਕ ਬਹੁਤ ਘੱਟ ਆ। ਹੁਣ ਜਿਹੜੇ ਨਾ ਮੈਂ ਪਿਛਲੇ ਹਫ਼ਤੇ ਵੀ ਸਾਂਝਾ ਕੀਤਾ ਸੀ,
ਹੁਣ ਫੇਰ ਸੀਟੀਵੀ ਨੇ ਵੀ ਨਿਊਜ਼ ਬ੍ਰੇਕ ਕੀਤੀ, ਸੀਬੀਸੀ ਨੇ ਵੀ ਕੀਤੀ। ਉਦੋਂ ਸਾਡੇ ਮੈਡੀਕਲ ਜਰਨਲਸ ਤੇ ਸਾਨੂੰ WhatsApp 'ਚ ਜਿਹੜੇ ਮਾਹਿਰ ਆ ਉਹਨਾਂ ਤੋਂ ਆ ਰਿਹਾ ਸੀ ਮੈਸੇਜਿੰਗ। ਉਹ ਹੈਗਾ ਕੋਵਿਡ ਟੋ, COVID ਟੋ, ਜਿਹੜੇ ਪੈਰ ਦੇ ਉਂਗਲੀਆਂ ਹੈਗੀਆਂ ਅੰਗੂਠੇ ਦੇ ਨਾਲ ਦੀਆਂ, ਉਹਦੇ ਉੱਤੇ ਕਈ ਵਾਰ ਨੀਲਾਪਣ ਹੋਣਾ ਸ਼ੁਰੂ ਹੋ ਜਾਂਦਾ, ਬਲਿਸਟਰਸ ਜਿਵੇਂ ਛਾਲੇ ਹੋਣੇ ਸ਼ੁਰੂ ਹੋ ਜਾਂਦੇ। ਔਰ ਬੱਚਿਆਂ ਦੇ ਵਿੱਚ 20% ਜਿਹੜੇ ਬੱਚੇ ਪੋਜ਼ਿਟਿਵ ਸੀ ਉਹਨਾਂ ਦੇ ਵਿੱਚ ਕੋਵਿਡ ਟੋ ਪਾਇਆ ਗਿਆ। ਔਰ ਸਾਨੂੰ ਪਤਾ ਵੀ ਵਾਇਰਸ ਦੇ ਨਾਲ ਰੈਸ਼ਸ ਹੁੰਦੀਆਂ, ਇਹ ਤੇ ਆਮ ਗੱਲ ਹੈਗੀ ਆ, ਲੇਕਿਨ ਇਹ ਵਾਸਕੂਲਾਈਟਿਸ ਹੁੰਦੀ ਆ, ਜਿਹੜੀ ਸੂਖਸ਼ਮ ਖੂਨ ਦੀ ਨਾੜੀਆਂ ਉਹਦੇ ਵਿੱਚ ਇਨਫਲੇਮੇਸ਼ਨ ਹੋ ਕੇ ਇਹ ਹੋ ਰਿਹਾ। ਜਿੱਦਾਂ ਨਹੀਂ ਫਰੋਸਟ ਬਾਈਟ ਹੁੰਦੀ ਆ ਵੀ ਬਹੁਤ ਠੰਡ ਹੈਗੀ ਆ ਤੇ ਅਸੀਂ ਬਾਹਰ ਬਿਨਾ ਕੋਈ ਸ਼ੂ ਪਾਏ ਤੇ ਦਸਤਾਨੇ ਪਾਈ ਚਲੀਏ ਤੇ ਫਰੋਸਟ ਬਾਈਟ ਹੁੰਦੀ ਆ, ਲਗਭਗ ਉਹ ਜੇ ਮਤਲਬ ਫੀਚਰਸ ਜਿਹੜੇ ਹੈਗੇ ਸਾਹਮਣੇ ਆ ਰਹੇ ਆ। ਦੂਜਾ ਜਿਹੜਾ ਯੂਥ ਦੇ ਵਿੱਚ ਆ ਰਿਹਾ ਵੀ ਸਟ੍ਰੋਕ ਤੇ ਹਾਰਟ ਅਟੈਕ, ਔਰ ਉਹਦਾ ਰੀਜ਼ਨ ਇਹ ਆ ਵੀ ਸਾਡੀ ਜਿਹੜੀ ਬਲੱਡ ਦਾ ਜਿਹੜਾ ਕਲੌਟਿੰਗ ਮੈਕੈਨਿਜ਼ਮ ਆ ਇਹ ਵਾਇਰਸ ਖਰਾਬ ਕਰ ਰਿਹਾ। ਸੋ ਜਿਹੜਾ ਹੁਣ ਮਿਡਲ ਸੈਰੀਬਰਲ ਆਰਟਰੀ ਆ, ਇੱਥੋਂ ਸਾਡੀ ਪੁੜਪੁੜੀ ਦੇ ਇੱਥੋਂ ਦੀ ਅੰਦਰ ਜਾਂਦੀ ਆ, ਉਹਨੂੰ ਕਹਿੰਦੇ ਮਿਡਲ ਸੈਰੀਬਰਲ ਆਰਟਰੀ। ਉਹ ਖੂਨ ਦੀ ਜਿਹੜੀ ਨਸ ਆ ਉਹਦੇ ਵਿੱਚ ਕਲੌਟ ਹੋਣੇ ਸ਼ੁਰੂ ਹੋ ਜਾਂਦੇ ਆ। ਜਦੋਂ ਕਲੌਟ ਹੋਏ, ਖੂਨ ਦੀ ਗਤੀਵਿਧੀ ਘਟ ਗਈ ਤੇ ਇਸਚੈਮਿਕ ਸਟ੍ਰੋਕ ਵੀ ਇੱਕ ਤੇ ਹੁੰਦਾ, ਹਿਮਰੇਜਿਕ ਵੀ ਖੂਨ ਦੀ ਨਸ ਪਾੜ ਜਾਏ, ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਆ ਜਾਂ ਐਨੂਰਿਜ਼ਮ ਆ ਜਾਂ ਹੋਰ ਚੀਜ਼ਾਂ ਵੀ ਉਹਨਾਂ ਦੀ ਨਸਾਂ ਕਮਜ਼ੋਰ ਸਨ। ਇਹ ਇਸਚੈਮਿਕ ਆ ਵੀ ਖੂਨ ਅਪੜਿਆ ਨਹੀਂ। ਜਦੋਂ ਹਾਰਟ ਅਟੈਕ ਦੇ ਵਿੱਚ ਵੀ ਖੂਨ ਦੀ ਜਿਹੜੀ ਕੋਰੋਨਰੀ ਆਰਟਰੀਜ਼ ਹੈ ਉਹ ਪਲੱਗ ਅਪ ਹੋ ਜਾਣ ਤੇ ਹਾਰਟ ਦੇ ਮਸਲ ਨੂੰ ਆਕਸੀਜਨ ਔਰ ਗਲੂਕੋਜ਼ ਜਾਂ ਨਿਊਟ੍ਰੀਐਂਟਸ ਨਹੀਂ ਮਿਲਦੇ ਤੇ ਉਹਨੂੰ ਹਾਰਟ ਅਟੈਕ ਕਹਿੰਦੇ ਆ। ਸੋ ਸੇਮ ਜਿਹੜਾ ਹਾਰਟ ਅਟੈਕ ਬ੍ਰੇਨ ਦਾ ਉਹਨੂੰ ਸਟ੍ਰੋਕ ਕਹਿੰਦਾ। ਸੋ ਸਟ੍ਰੋਕ ਦੇ ਵੀ ਜਿਹੜੇ ਕੇਸਿਸ ਸਾਹਮਣੇ ਆ ਰਹੇ ਆ, ਇਹਦੇ ਜਿਹੜੇ ਲੱਛਣ ਹੈ, ਪਹਿਲਾਂ ਆਪਾਂ ਕਹਿੰਦੇ ਸੀ ਖੰਘ ਹੋਊਗਾ, ਬੁਖਾਰ ਹੋਊਗਾ, ਹੁਣ 3-4 ਲੱਛਣ ਜਿਹੜੇ ਹੋਰ ਸਾਹਮਣੇ ਆ ਰਹੇ ਹੋ ਜਾਂਦਾ ਵੀ ਜਿੱਦਾਂ ਹੱਡੀਆਂ ਜਿਵੇਂ ਟੁੱਟੀਆਂ ਪਈਆਂ ਏਦਾਂ ਮਹਿਸੂਸ ਹੁੰਦਾ। ਜ਼ਬਾਨ ਦਾ ਟੇਸਟ, ਨੱਕ ਦਾ ਜਿਹੜਾ ਹੈਗਾ ਜਿਹੜਾ ਸਮੈਲ ਆ ਉਹ ਚਲੀ ਜਾਂਦੀ ਆ, ਸ਼ਿਵਰਿੰਗ ਹੁੰਦੀ ਕਈਆਂ ਨੂੰ, ਔਰ ਕਾਫੀ ਲੋਕਾਂ ਨੂੰ ਪੇਟ ਦੇ ਵਿੱਚ ਦਰਦ ਔਰ ਟੱਟੀਆਂ ਵੀ ਲੱਗ ਰਹੀਆਂ। ਸੋ ਇਹ ਵਾਇਰਸ ਕਿਤੇ ਨਾ ਕਿਤੇ ਪੂਰੀ ਬਾਡੀ ਦੇ ਵਿੱਚ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਸਿੰਪਟਮਸ ਕਰ ਰਿਹਾ। ਹਾਲਾਂਕਿ ਮੈਜੋਰਿਟੀ ਆਫ ਸਿੰਪਟਮਸ ਇਹਦੇ ਰੈਸਪੀਰੇਟਰੀ ਸਿਸਟਮ ਦੇ ਨਾਲ ਜੁੜੇ ਹੋਏ ਆ। ਸੋ ਇਹ ਦੋ ਨਵੀਂ ਚੀਜ਼ਾਂ ਸੀ ਵੀ ਇੱਕ ਤਾਂ ਤੁਹਾਡਾ ਜਿਹੜਾ ਕਲੌਟਿੰਗ ਮੈਕੈਨਿਜ਼ਮ ਆ ਔਰ ਸਟ੍ਰੋਕ ਆ ਯੂਥ ਦੇ ਵਿੱਚ ਖਾਸ ਕਰਕੇ ਅਗਰ ਉਹਨਾਂ ਨੂੰ ਟਰਬਲ ਆ ਰਹੀ ਆ, ਔਰ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਕੋਵਿਡ ਟੋਸ ਕਰਕੇ ਜਿਹੜੇ ਹੈਗੇ ਮੈਨੀਫੈਸਟੇਸ਼ਨਸ ਆ ਰਹੇ ਆ। ਮੈਨੂੰ ਇੱਕ ਹੋਰ ਰਸਾਲਾ, ਮੈਨੂੰ ਮੇਰੇ ਫਰੈਂਡ ਹੈਗੇ ਲੰਡਨ 'ਚ ਹੈਗੇ ਆ ਡਾਕਟਰ ਮਹਾਦੇਵ ਬੇੜੇ, ਅਸੀਂ ਇਕੱਠੇ ਪੜ੍ਹਦੇ ਸੀ, ਉਹਨਾਂ ਨੇ ਦੇਖਿਆ, ਹਾਲਾਂਕਿ ਉਹ ਬੱਚਿਆਂ ਦਾ ਸਪੈਸ਼ਲਿਸਟ ਨਹੀਂ ਆ, ਉਹਦੇ 'ਚ ਉਹ ਦੇਖਿਆ ਵੀ ਯੂਕੇ ਦੇ ਵਿੱਚ ਕਾਫੀ ਬੱਚੇ ਉਹਨਾਂ ਨੂੰ ਹੈਗਾ ਟੌਕਸਿਕ ਸ਼ੌਕ ਸਿੰਡਰੋਮ, ਵੀ ਬੋਡੀ ਦਾ ਟੈਂਪਰੇਚਰ ਇੰਨਾ ਵੱਧ ਗਿਆ ਵੀ ਜਿੱਦਾਂ ਨਹੀਂ ਆਪਾਂ ਕੋਈ ਆਲੂ ਜਦੋਂ ਉਬਾਲੀਦਾ ਤੇ ਉਹ ਚਮੜਾ ਉਹਦਾ ਆਪਾਂ ਬਹੁਤ ਈਜ਼ੀਲੀ ਪੀਲ ਕਰ ਲੈਂਦੇ ਆ, ਉਹਦਾ ਦਾ ਚਮੜਾ ਜਿਹੜਾ ਹੈਗਾ ਬਿਲਕੁਲ ਪੀਲਿੰਗ ਹੋਣਾ ਸ਼ੁਰੂ ਹੋ ਗਿਆ, ਨਾਲ ਟੌਕਸਿਕ ਪੂਰੇ ਬੋਡੀ 'ਚ ਇਨਫਲੇਮੇਸ਼ਨ ਹੋ ਗਈ ਵੀ ਹੈਡ ਟੂ ਟੋ ਤੱਕ, ਔਰ ਉਹ ਬਹੁਤ ਰੇਅਰਲੀ ਅਸੀਂ ਦੇਖਦੇ ਆ, ਉਹਨੂੰ ਟੌਕਸਿਕ ਸ਼ੌਕ ਸਿੰਡਰੋਮ ਕਹਿੰਦੇ ਆ। ਸੋ ਉਹ ਵੀ ਫੀਚਰਸ ਜਿਹੜੇ ਹੈਗੇ ਸਾਨੂੰ ਯੂਕੇ ਦੇ ਵਿੱਚ ਬੱਚਿਆਂ 'ਚ ਦਿਖਣ ਨੂੰ ਮਿਲ ਰਹੇ ਆ। ਸੋ ਇਹ ਵਾਇਰਸ ਜਿਹੜਾ ਹੈਗਾ ਅਜੇ ਪੂਰੀ ਤਰ੍ਹਾਂ ਕਿੱਥੇ ਕੀ ਕਰੂਗਾ, ਸਾਨੂੰ ਸਟੱਡੀ ਦੇ ਤੌਰ ਦੇ ਉੱਤੇ ਵੱਖ-ਵੱਖ ਇਹਦੇ ਲੱਛਣ ਤੇ ਵੱਖ-ਵੱਖ ਮੈਨੀਫੈਸਟੇਸ਼ਨ ਇਹਦੇ ਸਾਹਮਣੇ ਆ ਰਹੇ ਨੇ। ਜੀ ਡਾਕਟਰ ਸਾਹਿਬ, ਆਖਰੀ ਸਵਾਲ, ਕੋਈ ਇਹਦੀ ਵੈਕਸੀਨ ਬਾਰੇ ਅਪਡੇਟ ਹੈ ਜੀ? ਕਦੋਂ ਆ ਰਹੀ ਆ ਜਾਂ ਕੀ ਹਾਲਾਤ ਨੇ ਜੀ? ਬਹੁਤ ਸੋਹਣੀ ਗੁੱਡ ਨਿਊਜ਼ ਹੈਗੀ ਆ। ਜਿੱਦਾਂ ਮੈਂ ਜ਼ਿਕਰ ਕੀਤਾ ਸੀ ਵੀ ਪੂਨੇ ਬਹੁਤ ਵੱਡੀ ਜਿਹੜੀ ਕੰਗਲੋਮਰੇਟ ਹੈਗੀ ਉਹਦਾ ਨਾਮ ਹੈਗਾ ਸੀਰਮ ਇੰਸਟੀਚਿਊਟ ਆਫ ਇੰਡੀਆ, ਤੇ ਉਹਦੀਆਂ 2 ਬ੍ਰਾਂਚਸ ਹੈਗੀਆਂ, ਇੱਕ ਜਰਮਨੀ ਸ਼ਾਇਦ, ਇੱਕ ਨੀਦਰਲੈਂਡ, ਮਿਸ ਯੂਰਪ 'ਚ ਹੈਗੀਆਂ। ਇਹਨਾਂ ਨੇ 40 ਮਿਲੀਅਨ ਡੋਸਿਸ ਆਫ ਵੈਕਸੀਨ ਬਣਾ ਲਿੱਤੀਆਂ। ਉਹਦੇ ਟ੍ਰਾਇਲ ਸ਼ੁਰੂ ਹੋਏ ਹਿੰਦੁਸਤਾਨ 'ਚ, ਹੋਰ ਜਗ੍ਹਾ। ਹੁਣ ਇਹ ਪਤਾ ਨਹੀਂ ਟ੍ਰਾਇਲ ਕਾਮਯਾਬ ਹੋਣਗੇ ਕਿ ਨਹੀਂ ਹੋਣਗੇ। ਉਹ ਸੋਚ ਰਹੇ ਆ ਵੀ ਮੋਸਟ ਲਾਈਕਲੀ ਕਾਮਯਾਬ ਹੋਣਗੇ, ਲੇਕਿਨ ਅਗਰ ਕਾਮਯਾਬ ਹੁੰਦੇ ਵੀ ਆ ਤੇ ਸਾਨੂੰ ਕਰੀਬਨ ਸਾਲ 1.5 ਸਾਲ ਲੱਗਣਾ। ਔਰ ਉਹਨਾਂ ਨੇ ਆਲਰੇਡੀ ਉਹਦੀ ਪ੍ਰਾਈਸਿੰਗ ਵੀ ਕਰ ਦਿੱਤੀ ਹੈ 1000 ਰੁਪਇਆ, ਜਿਵੇਂ ਵੀ $20। ਸੋ $20 ਦਾ ਇਸ਼ੂ ਨਹੀਂ ਆ, ਇਸ਼ੂ ਇਹ ਹੈਗਾ ਵੀ ਕੰਮ ਵੀ ਕਰੂਗੀ ਕਿ ਨਹੀਂ ਕਰੂਗੀ, ਇਹਦਾ ਸਾਈਡ ਇਫੈਕਟ ਹੋਊਗਾ ਕਿ ਨਹੀਂ ਹੋਊਗਾ। ਔਰ ਸੀਰਮ ਇੰਸਟੀਚਿਊਟ ਆਫ ਇੰਡੀਆ ਇੱਕ ਪ੍ਰੀਮੀਅਰ ਇੰਸਟੀਚਿਊਟ ਹੈਗਾ, ਔਰ ਹਿੰਦੁਸਤਾਨ ਜਿਹੜਾ ਹੈਗਾ ਪੂਰੇ ਵਰਲਡ ਦੀ, ਵਾਚ ਕਰ ਲਓ ਔਰ ਸੁਣ ਲਓ, 70% ਵੈਕਸੀਨੇਸ਼ਨ ਹਿੰਦੁਸਤਾਨ 'ਚ ਬਣਦੀਆਂ ਪੂਰੇ ਵਰਲਡ ਦੀਆਂ, ਜਿਹੜੀਆਂ ਆਪਣੇ ਬੱਚਿਆਂ ਨੂੰ ਪੋਲੀਓ ਦੀਆਂ, ਡਿਫਥੇਰੀ ਦੀਆਂ, ਮੈਨੇਜਾਈਟਿਸ ਦੀਆਂ, ਚਿਕਨ ਪੌਕਸ ਦੀਆਂ ਜੋ ਵੀ ਲਾਉਂਦੇ ਸਭ ਇੰਡੀਆ ਤੋਂ ਬਣ ਕੇ ਆਉਂਦੀਆਂ। ਇੰਡੀਆ ਬਾਇਓਟੈਕ ਇੰਡਸਟਰੀ ਬੜੀ ਸਟਰੋਂਗ ਆ ਔਰ ਬੜੀ ਮਤਲਬ ਕੰਪੀਟੀਟਿਵ ਹੈਗੀ ਆ। ਕਾਫੀ ਜਿਹੜੇ ਯੂਰੋਪੀਅਨ ਉਹਨਾਂ ਦੇ ਨਾਲ ਉਹਨਾਂ ਦੇ ਸੰਪਰਕ ਹੈਗੇ ਆ। ਬਾਕੀ ਆਕਸਫੋਰਡ ਯੂਨੀਵਰਸਿਟੀ 'ਚ ਰਿਸਰਚ ਹੋ ਰਹੀ ਆ, ਜਰਮਨੀ 'ਚ, ਲਗਭਗ ਮੈਂ ਕਹੂੰਗਾ ਵੀ ਹਰ ਕੰਟਰੀ 'ਚ ਰਿਸਰਚ ਹੋ ਰਹੀ ਆ। ਲੇਕਿਨ ਸਭ ਤੋਂ ਵੱਡੀ ਨਿਊਜ਼ ਹਿੰਦੁਸਤਾਨ ਤੋਂ ਪੂਨੇ ਤੋਂ ਆਈ ਆ ਵੀ ਜਿਹੜੀ ਸੀਰਮ ਇੰਸਟੀਚਿਊਟ ਆਫ ਇੰਡੀਆ, ਇੱਕ ਦਵਾਈ ਜਿਹੜੀ ਹੈਗੀ ਹੁਣ ਸ਼ੈਲਫਾਂ ਤੋਂ ਗਾਇਬ ਹੋਣੀ ਸ਼ੁਰੂ ਹੋ ਗਈ। ਜਿੱਦਾਂ ਪਹਿਲਾਂ ਹਾਈਡਰੋਕਸੀਕਲੋਰੋਕੁਈਨ ਦਾ ਚੱਕਰ ਪਿਆ ਸੀ, ਉਹ ਹੈਗੀ ਪੈਪਸਿਡ, PEPCID, ਫੋਰਮੈਂਟੇਡਿਨ। ਉਹ ਐਸਿਡ ਵਾਸਤੇ ਯੂਜ਼ ਹੁੰਦੀ ਆ।
ਹੁਣ WHO ਨੇ ਕਹਿਤਾ ਵੀ ਅਸੀਂ ਉਹ ਵੀ ਟਰਾਈ ਕਰ ਰਹੇ ਹਾਂ, ਕੁਝ ਸਕਸੈਸ ਮੇ ਵੀ ਮਿਲ ਰਹੀ ਆ, ਤੇ ਤੁਸੀਂ ਦੇਖ ਲਓ ਵੀ ਸਾਰੇ ਸਟੋਰਾਂ ਤੋਂ ਉਹ ਵੀ ਗੁੱਲ ਹੋਣੀ ਸ਼ੁਰੂ ਹੋ ਗਈ। ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, 90% ਕੇਸਿਸ ਤਾਂ ਬਹੁਤ ਮਾਈਲਡ ਹੁੰਦੇ ਆ, ਸਿਰਫ 8% ਕੇਸਿਸ ਹਸਪੀਟਲ ਜਾਂਦੇ ਆ, ਔਰ ਉੱਥੇ ਉਹਨਾਂ ਕੋਲ ਇਹ ਦਵਾਈ ਹੈਗੀ ਆ ਅਗਰ ਉਹਨਾਂ ਨੇ ਟਰਾਈ ਕਰਨੀ ਆ। ਦੂਜਾ ਪਲਾਜ਼ਮਾ ਥੈਰੇਪੀ ਜਿਹੜੀ ਹੈਗੀ ਹੈ ਇੰਡੀਆ 'ਚ ਕਾਫੀ ਜਗ੍ਹਾ 'ਚ ਟਰਾਈ ਹੋ ਰਹੀ ਆ, ਜਿਹੜਾ ਕੋਈ ਰਿਕਵਰਡ ਹੁੰਦਾ ਉਹਦਾ ਪਲਾਜ਼ਮਾ ਦੇ ਕੇ ਦੇਣ ਵਾਸਤੇ, ਔਰ ਕਈ ਜਗ੍ਹਾ ਸਕਸੈਸਫੁਲ ਹੈ, ਕਈ ਜਗ੍ਹਾ ਨਹੀਂ ਹੋਈ, ਫਿਰ ਵੀ ਉਸ ਵਿਅਕਤੀ ਦਾ ਇੰਤਕਾਲ ਹੋ ਗਿਆ। ਇਹਦੇ ਕਈ ਸਾਈਡ ਇਫੈਕਟਸ ਵੀ ਸਾਹਮਣੇ ਆਏ ਵੀ ਅਲਰਜਿਕ ਰਿਐਕਸ਼ਨ ਹੋ ਸਕਦਾ, ਜਿਹੜਾ ਹੈਗਾ ਜਿੱਥੇ ਨਸ 'ਚ ਦਿੰਦੇ ਆ ਉਹ ਨਸ ਜਿਹੜੀ ਹੈਗੀ ਆ ਉਹਦੇ ਸੋਜ ਹੋ ਜਾਂਦੀ ਆ, ਬਲੌਕ ਹੋ ਜਾਂਦੀ ਆ। ਮੇਨ ਤਾਂ ਇਹਦਾ ਇਹ ਗਿਆ ਵੀ ਐਲਰਜਿਕ ਰਿਐਕਸ਼ਨ ਤੇ ਨਸ ਦੇ ਵਿੱਚ ਇਨਫਲੇਮੇਸ਼ਨ। ਬਾਕੀ ਕੰਮ ਕਰਦੀ ਕਿ ਨਹੀਂ ਕਰਦੀ, ਕੋਸ਼ਿਸ਼ਾਂ ਜਾਰੀ ਨੇ। ਸਿਰਫ ਵੈਕਸੀਨੇਸ਼ਨ ਜਦ ਆਊਗੀ, ਮੈਨੂੰ ਲੱਗਦਾ ਦਵਾਈ ਇਹਦੇ ਉੱਤੇ ਕੋਈ ਅਸਰ ਨਹੀਂ ਕਰਨੀ, ਕਿਉਂਕਿ ਸਾਨੂੰ ਪਤਾ ਵਾਇਰਸ ਦੇ ਉੱਤੇ ਦਵਾਈਆਂ ਅਸਰ ਨਹੀਂ ਕਰਦੀਆਂ। ਅਸੀਂ ਪਿਛਲੇ ਹਫਤੇ ਵੀ ਟਾਕ ਸ਼ੋ ਤੁਹਾਡੇ ਨਾਲ ਕੀਤਾ ਸੀ ਜਿਹੜਾ ਬੜਾ ਮੁਕੰਮਲ ਗਿਆ ਸੀ। ਇਹਦੇ ਉੱਤੇ ਜਿਹੜੀ ਵੈਕਸੀਨ ਹੈਗੀ ਆ ਉਹੀ ਆਊਗੀ, ਔਰ ਵੈਕਸੀਨ ਵਾਸਤੇ ਸਾਨੂੰ ਇੰਤਜ਼ਾਰ ਕਰਨਾ ਪੈਣਾ। ਅਸੀਂ ਅਗਰ ਬਹੁਤ ਲੱਕੀ ਹੋਈਏ ਤਾਂ 1 ਸਾਲ ਲੱਗੂਗਾ, ਨਹੀਂ ਤੇ ਘੱਟ ਤੋਂ ਘੱਟ 1.5 ਸਾਲ ਲੱਗੂਗਾ, ਹੋ ਸਕਦਾ ਜ਼ਿਆਦਾ ਵੀ ਲੱਗੇ। ਬਾਕੀ ਆਸ ਜਿਹੜੀ ਹੈਗੀ ਉਹ ਨਹੀਂ ਛੱਡਣੀ ਚਾਹੀਦੀ। ਜਿਹੜੇ ਨਾ ਜੂਸ ਰੈਸੀਡੈਂਸ਼ੀਅਲ ਕੈਂਪਸ ਦੇ ਵਿੱਚ ਉਹਨਾਂ ਨੇ ਬੜੀ ਤਰਾਸਦੀ ਕੱਟੀ। 3 ਫੈਕਟਰ ਜਿਹੜੇ ਸਾਹਮਣੇ ਆਏ ਉਹਦੇ ਵਿੱਚ ਪਹਿਲਾ ਸੀ ਵੀ ਉਹ ਹਮੇਸ਼ਾ ਜਿਹੜੇ ਬੱਚੇ ਵੀ ਪਰਪਸ ਆਫ ਲਾਈਫ ਕੀ ਆ ਮੇਰਾ, ਮੈਂ ਜਦੋਂ ਰੈਸੀਡੈਂਸ਼ੀਅਲ ਕੈਂਪ ਤੋਂ ਨਿਕਲੂੰਗਾ ਮੈਂ ਕੁਝ ਲਿਖੂੰਗਾ, ਕੁਝ ਬਣੂੰਗਾ, ਕੁਝ ਕ੍ਰੀਏਟ ਕਰੂੰਗਾ, ਮੀਨਸ ਉਹਨਾਂ ਦਾ ਮਨ ਹਮੇਸ਼ਾ ਫਿਊਚਰ ਬਾਰੇ ਸੋਚ। ਦੂਜਾ ਉਹਨਾਂ ਨੂੰ ਪ੍ਰੇਮ ਭਾਵਨਾ ਬਹੁਤ ਸੀ ਕਿਸੇ ਨੂੰ ਮਦਦ ਕਰਨ ਦੀ ਜਾਂ ਆਪਣੇ ਅੰਦਰ। ਤੀਜਾ ਇਹ ਸੀ ਉਹਨਾਂ ਜਿਹੜੀ ਸਫਰਿੰਗ ਹੈ ਇਹਨੂੰ ਨਾ ਇੱਕ ਲੈਸਨ ਬਣਾਇਆ ਵੀ ਇਹ ਤੋਂ ਮੈਂ ਕੁਝ ਸਿੱਖਣਾ, ਇਹਦੇ ਤੋਂ ਮੈਂ ਕੋਈ ਬੁੱਕ ਪਬਲਿਸ਼ ਕਰੂੰਗਾ, ਇਹਦੇ ਤੋਂ ਮੈਨੂੰ ਗਿਆਨ ਉਪਲਬਧ ਹੋਊਗਾ। ਜਿੱਦਾਂ ਬਾਣੀ ਵੀ ਕਹਿੰਦੀ ਹੈ ਕਿਤਿਆਂ ਦੁੱਖ ਬੁੱਖ ਸਦਬਾਰ ਇਹ ਵੀ ਦਾਤ ਤੇਰੀ ਦਾਤਾਰ। ਸੋ ਅੱਜ ਸੋਸ਼ਲ ਮੀਡੀਆ 'ਚ ਸਾਰੇ ਹੀ ਗੁਰਦੁਆਰਿਆਂ ਦੀ ਜੈ ਜੈਕਾਰ ਹੋ ਰਹੀ ਹੈ, ਭਾਵੇਂ ਉਹ ਰਿਵਰਸਾਈਡ ਕੈਲੀਫੋਰਨੀਆ ਹੈ, ਭਾਵੇਂ ਨਿਊਜ਼ੀਲੈਂਡ ਦੇ ਗੁਰਦੁਆਰੇ ਨੇ, ਭਾਵੇਂ ਪਾਕਿਸਤਾਨ ਦੇ ਫੈਸਲਾਬਾਦ ਇੱਕ ਸਿੰਘ ਸਿੰਘਣੀ ਆਪਣੇ ਘਰੋਂ ਲੰਗਰ ਦੀ ਜਿਹੜੀ ਹੈਗੀ ਆ ਪ੍ਰਥਾ ਸ਼ੁਰੂ ਕਰ ਰਹੇ ਆ। ਅਸੀਂ ਇੱਥੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਹੋਰ ਗੁਰਦੁਆਰਾ ਸਾਹਿਬ ਤੇ ਬੰਗਲਾ ਸਾਹਿਬ ਗੁਰਦੁਆਰਾ, ਆਲਮੋਸਟ 50% ਜਿਹੜਾ ਲੋੜਾਂ ਨੂੰ ਦਿੱਲੀ ਦੇ ਵਿੱਚ ਲੋਕਾਂ ਨੂੰ ਲੰਗਰ ਹੈ ਉਹ ਬੰਗਲਾ ਸਾਹਿਬ ਗੁਰਦੁਆਰੇ ਤਿਆਰ ਹੋ ਰਿਹਾ। ਸੋ ਇਹ ਤੁਹਾਨੂੰ ਪੋਜ਼ਿਟਿਵ ਕਵਰੇਜ ਮਿਲ ਰਹੀ ਹੈ। ਕਿਉਂ ਮਿਲ ਰਹੀ ਹੈ? ਤੁਸੀਂ ਮਹਾਰਾਜ ਦੇ ਸਿਧਾਂਤ ਦੇ ਉੱਤੇ ਖੜੇ ਹੋ, ਉਹਨੂੰ ਪ੍ਰੈਕਟੀਕਲ ਜਾਮਾ ਅਪਣਾਇਆ। ਉਦਾਂ ਗੱਲ ਕਰਨ ਦੇ ਨਾਲ ਕਈ ਵਾਰ ਨਹੀਂ ਹੁੰਦਾ, ਲੈਕਚਰ ਦੇਣ ਦੇ ਨਾਲ ਕਈ ਵਾਰ ਇਹ ਗੱਲਾਂ ਨਹੀਂ ਬਣਦੀਆਂ। ਪ੍ਰੈਕਟੀਕਲ ਰੂਪ 'ਚ ਤੁਹਾਡੇ ਜਿਹੜੇ ਕੰਮ ਆ ਉਹ ਜ਼ਿਆਦਾ ਗੱਲਾਂ ਕਰਦੇ। ਅੱਜ ਉਹੀ ਗੱਲ ਹੋਈ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਬਹੁਤ ਬਹੁਤ ਸ਼ੁਕਰ ਡਾਕਟਰ ਸਾਹਿਬ, ਧੰਨਵਾਦ ਬਹੁਤ ਬਹੁਤ ਜੀ, ਥੈਂਕ ਯੂ ਵੈਰੀ ਮਚ। ਕੱਲ੍ਹ ਫਿਰ ਅਸੀਂ ਤੁਹਾਡੇ ਨਾਲ ਵਾਪਸ ਅਪਡੇਟਸ ਲਈ ਜੁੜਾਂਗੇ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਔਖਾ ਟਾਈਮ ਬਿਲਕੁਲ ਲੰਘ ਜਾਊਗਾ ਜੀ। ਸ਼ੁਕਰੀਆ ਜੀ ਦੋਸਤੋ। ਇਹ ਸਨ ਡਾਕਟਰ ਪ੍ਰਗਟ ਸਿੰਘ ਭੁਰ ਜੀ, ਸਾਡੇ ਨਾਲ ਰੋਜ਼ ਸਮਾਂ ਕੱਢਦੇ ਨੇ ਖਾਸ ਤੌਰ ਦੇ ਉੱਤੇ ਸਾਡੀ ਭਾਸ਼ਾ ਦੇ ਵਿੱਚ ਸਾਨੂੰ ਇੱਕ ਚੰਗੀ ਜਾਣਕਾਰੀ ਦੇਣ ਦੇ ਲਈ। ਬਹੁਤ ਸਾਰੇ ਸਵਾਲ ਹੁੰਦੇ ਜਿਹੜੇ ਅਸੀਂ ਇੱਕ ਦੂਜੇ ਨੂੰ ਪੁੱਛਦੇ ਹਾਂ, ਸਾਨੂੰ ਪਤਾ ਨਹੀਂ ਹੁੰਦਾ, ਪਰ ਉਹਨਾਂ ਦਾ ਫੀਲਡ ਆ, ਉਹਦੀ ਜਾਣਕਾਰੀ ਦਿੰਦੇ ਨੇ। ਦੋਸਤੋ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਅਸੀਂ ਹੁਣ ਪਹੁੰਚਣਾ ਰਜਾਈਨਾ। ਸਰਦਾਰ ਸੰਦੀਪ ਸਿੰਘ ਚੈਨਲ ਪੰਜਾਬੀ ਦੇ ਸੀਨੀਅਰ ਜਰਨਲਿਸਟ ਉੱਥੇ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ, ਉਹਨਾਂ ਤੋਂ ਅਪਡੇਟ ਲੈਂਦੇ ਹਾਂ ਕੀ ਹਾਲਤ ਆ ਉੱਥੇ ਦੀ। ਸਰਦਾਰ ਸੰਦੀਪ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਸਰਦਾਰ ਸੰਦੀਪ ਸਿੰਘ ਜੀ, ਤੁਸੀਂ ਆਵਾਜ਼ ਸੁਣ ਰਹੇ ਹੋ ਜੀ? ਸੋਤਾ ਸਾਹਿਬ ਸਤਿ ਸ਼੍ਰੀ ਅਕਾਲ ਤੇ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੰਦੀਪ ਸਿੰਘ ਜੀ, ਕੀ ਹਾਲਤ ਹੈ ਰਜਾਈਨਾ ਦੇ ਵਿੱਚ? ਹਾਂਜੀ ਬਿਲਕੁਲ ਜੀ, ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਸੰਦੀਪ ਸਿੰਘ ਜੀ, ਕੀ ਹਾਲਤ ਹੈ ਇਸ ਵੇਲੇ? ਪਤਾ ਲੱਗਿਆ ਸਸਕਾਚਵਿਨ ਨੂੰ ਓਪਨ ਕਰਨ ਜਾ ਰਿਹਾ 4 ਮਈ ਨੂੰ ਜੀ। ਬਿਲਕੁਲ ਸੋਤਾ ਸਾਹਿਬ, ਪੂਰੀ ਜਾਣਕਾਰੀ ਤੁਹਾਨੂੰ ਦਿੰਦੇ ਆ। ਤੁਹਾਨੂੰ ਮੇਰੀ ਆਵਾਜ਼ ਕਲੀਅਰ ਆ ਰਹੀ ਹੈ? ਜੀ ਬਿਲਕੁਲ ਠੀਕ ਹੈ ਜੀ। ਠੀਕ ਹੈ ਜੀ। ਹਾਂਜੀ, 4 ਮਈ ਤੋਂ ਸਸਕੈਚੁਅਨ ਦੀ ਅਨਾਉਂਸਮੈਂਟ ਕੀਤੀ ਇਹਨੂੰ ਓਪਨ ਕਰਨ ਦੀ, ਜਿਸ ਦੇ ਵਿੱਚ ਇਹਨੂੰ 4 ਤੋਂ 5 ਫੇਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਪਰ ਸਭ ਤੋਂ ਪਹਿਲਾਂ ਇਹ ਫੇਸ ਜੋ ਹੈ ਉਹਦੀ ਡਿਟੇਲ 'ਚ ਜਾਈਏ ਜਾਂ ਕਿੱਦਾਂ ਇਹਨੂੰ ਡਿਵਾਈਡ ਕੀਤਾ ਹੈ, ਕਦੋਂ ਤੋਂ ਇਹ ਓਪਨਿੰਗ ਹੋ ਰਹੀ ਹੈ, ਉਹ ਸਾਰੀ ਡਿਟੇਲ ਦੇਣ ਤੋਂ ਪਹਿਲਾਂ ਇੱਕ ਵਾਰੀ ਅਸੀਂ ਕੋਵਿਡ-19 ਕੇਸਿਸ ਨੇ ਉਹਨਾਂ ਤੇ ਝਾਕ ਲਈਏ, ਉਹ ਕੀ ਸਿਚੁਏਸ਼ਨ ਚੱਲ ਰਹੀ ਹੈ ਸਸਕੈਚੁਅਨ ਜੀ। ਸੋ ਅੱਜ 27 ਅਪ੍ਰੈਲ ਦੀ ਜੇ ਅਸੀਂ ਗੱਲ ਕਰੀਏ ਤੇ ਹੁਣ ਤੱਕ ਟੋਟਲ 28,296 ਟੈਸਟ ਹੋ ਚੁੱਕੇ ਨੇ ਜੀ ਸਸਕੈਚੁਅਨ ਦੇ ਵਿੱਚ, ਪੂਰੇ ਪ੍ਰੋਵਿੰਸ ਦੇ ਵਿੱਚ, ਜਿਸ ਦੇ ਵਿੱਚੋਂ ਟੋਟਲ ਜੋ ਕੇਸ ਨੇ ਉਹ 365 ਨੇ, 365 ਕੇਸ ਨੇ। ਤੇ
ਤੇ ਜੇ ਅਸੀਂ ਕਰੀਏ 12 ਕੇਸ ਅੱਜ ਜੋ ਨਵੇਂ ਆਏ ਨੇ, ਜਿਸ ਦੇ ਵਿੱਚੋਂ 11 ਫਾਰ ਨਾਰਥ ਸਾਈਡ ਦੇ ਨੇ, ਤੇ ਬਾਕੀ ਦੀ ਜੋ 72 ਕੇਸ ਇਹਨਾਂ 365 ਕੇਸਾਂ ਦੇ ਵਿੱਚੋਂ ਐਕਟਿਵ ਚੱਲ ਰਹੇ ਨੇ ਇਸ ਵੇਲੇ। ਨੋ ਡਾਊਟ 288 ਰਿਕਵਰੀਜ਼ ਹੋ ਚੁੱਕੀਆਂ ਨੇ, ਤਾਂ ਹੀ ਸ਼ਾਇਦ ਇਹਨੂੰ ਰੀਓਪਨ ਕਰਨ ਦਾ ਕੋਈ ਪਲਾਨ ਕੀਤਾ ਜਾ ਰਿਹਾ, ਪਰ 7 ਬੰਦੇ ਅਜੇ ਵੀ ਹਸਪੀਟਲਾਈਜ਼ ਨੇ, ਨਾਲ ਅਸੀਂ ਉਹਨਾਂ ਨੂੰ ਵੀ ਨਹੀਂ ਭੁੱਲ ਸਕਦੇ। ਜੇ ਅਸੀਂ ਥੋੜੀ ਜਿਹੀ ਹੋਰ ਇਹਦੀ ਜਾਣਕਾਰੀ ਲਈਏ ਕਿ ਕੇਸਾਂ ਬਾਰੇ, ਸੋ ਇਹ 300 ਕੇਸਾਂ ਦੇ ਵਿੱਚੋਂ 139 ਕੇਸ ਜੋ ਟਰੈਵਲਰ ਨੇ, ਦੂਸਰੇ ਕੰਟਰੀਜ਼ ਜਾਂ ਪ੍ਰੋਵਿੰਸ ਜਾਂ ਜਿੱਦਾਂ ਵੀ ਤੁਸੀਂ ਉਹ ਟਰੈਵਲ ਕਰਕੇ ਆਏ ਨੇ ਜੀ। 149 ਉਹਨਾਂ ਚੋਂ ਉਹ ਨੇ ਜਿਨ੍ਹਾਂ ਨੇ ਗੈਦਰਿੰਗ ਕੀਤੀ ਹੈ, ਕੋਈ ਪਾਰਟੀਆਂ ਕੀਤੀਆਂ, ਤਾਂ ਹੀ ਅਜੇ ਤੱਕ ਸੋਸ਼ਲ ਡਿਸਟੈਂਸ ਜੋ ਕਹਿ ਰਹੇ ਵੀ ਗੈਦਰਿੰਗ ਨਾ ਕਰੋ ਤੁਸੀਂ, ਤੇ 42 ਕੇਸ ਅੰਡਰ ਇਨਵੈਸਟੀਗੇਸ਼ਨ ਹੈ। ਸਸਕੈਚੁਅਨ ਦੀ ਪੋਪੂਲੇਸ਼ਨ ਬਹੁਤ ਘੱਟ ਹੈ, ਪਰ ਜੇ ਅਸੀਂ ਸਿਟੀਜ਼ ਦੇ ਅਕੋਰਡਿੰਗ ਇੱਥੇ ਗੱਲ ਕਰੀਏ, ਇਸ ਸੈਸਕਾਟੂਨ ਦੇ ਵਿੱਚ 150 ਕੇਸ ਨੇ ਔਰ 74 ਕੇਸ ਰਜਾਈਨਾ ਦੇ ਵਿੱਚ ਨੇ ਜੀ। ਤੇ ਰਜਾਈਨਾ ਨੂੰ ਵੀ ਨਾਰਥ ਦੇ ਸਾਊਥ ਦੇ ਨਾਲ ਜੇ ਤੁਸੀਂ ਦੇਖਦੇ ਹੋ 69 ਨਾਰਥ ਚ ਆ ਤੇ 15 ਸਾਊਥ ਰਜਾਈਨਾ ਦੇ ਕੇਸ ਆ, 11 ਸੈਂਟਰ ਰਜਾਈਨਾ ਤੇ 46 ਫਾਰ ਨਾਰਥ ਵਾਲੇ। ਸੋ ਟੋਟਲ ਇਹ ਕੇਸਿਸ ਜੋ ਅਜੇ ਤੱਕ ਚੱਲ ਰਹੇ ਨੇ ਇੱਥੇ ਐਕਟਿਵ ਨੇ ਔਰ 365 ਕੇਸ ਪਹੁੰਚ ਚੁੱਕੇ ਨੇ। ਫਿਰ ਵੀ ਰੀਓਪਨ ਦੀ ਕਾਲ ਜੋ ਹੈ ਉਹ ਚੱਲ ਰਹੀ, ਅਨਾਉਂਸਮੈਂਟ ਕਰ ਚੁੱਕੇ ਆ। ਔਰ ਕੁਝ ਲੋਕਾਂ ਨੂੰ ਇਹ ਹੋ ਰਿਹਾ ਕੇਸਿਸ ਆ ਰਹੇ ਨੇ ਸ਼ਾਇਦ ਸੀਨੀਅਰ ਹੋਮ ਚੋਂ ਹੀ ਆ ਰਹੇ ਨੇ ਜਾਂ ਐਲਡਰਸ ਨੇ ਉਹਨਾਂ ਚੋਂ ਆ ਰਹੇ ਨੇ। ਅਸੀਂ ਥੋੜਾ ਜਿਹਾ ਏਜ ਗਰੁੱਪ ਵੀ ਡਿਸਕਸ ਚਾਹੂੰ ਸਕੈਚੁਅਨ ਦਾ। ਇਹ ਜੋ 30 ਕੇਸ ਨੇ ਇਹਨਾਂ ਦੇ ਵਿੱਚੋਂ 365 ਕੇਸ ਦੇ ਵਿੱਚੋਂ 30 ਕੇਸ ਉਹ ਏਜ ਗਰੁੱਪ ਆ ਜਿਹੜਾ 19 ਤੇ ਅੰਡਰ ਆ, ਮਤਲਬ ਟਿਲ ਅਪ ਟੂ 19। ਸੋ ਉਸ ਤੋਂ ਥੱਲੇ ਦੀ ਏਜ ਦੇ 19 ਤੋਂ ਲੈ ਕੇ 30 ਕੇਸ ਨੇ। 132 ਕੇਸ ਇਸ ਦੇ ਵਿੱਚ 20 ਤੋਂ 40 ਸਾਲ ਦਾ ਗਰੁੱਪ ਹੈ, ਜਿਹਦੇ ਵਿੱਚ 132 ਨੇ। 124 ਕੇਸ ਹੈ ਜੀ 40 ਤੋਂ ਲੈ ਕੇ 60 ਸਾਲ ਦਾ ਏਜ ਗਰੁੱਪ ਹੈ, ਔਰ 68 ਕੇਸ ਨੇ ਜੋ 60 ਤੋਂ ਲੈ ਕੇ 80 ਦਾ ਏਜ ਗਰੁੱਪ ਆਉਂਦਾ ਹੈ। ਸੋ ਅਸੀਂ ਅੱਖੋਂ ਪਰੋਖ ਨਹੀਂ ਕਰ ਸਕਦੇ ਕਿ ਇਹ ਕੋਈ ਸਿਰਫ ਬਿਮਾਰ ਨੇ ਜਾਂ ਕੋਈ ਬੜੇ ਸੀਨੀਅਰ ਏਜ ਦੇ ਨੇ, ਸਿਰਫ ਉਹਨਾਂ ਨੂੰ ਇਹ ਬਿਮਾਰੀ ਹੋ ਰਹੀ ਹੈ, ਕੁਛ ਨਹੀਂ ਦੇਖ ਰਹੀ। ਔਰ ਜੇ ਅਸੀਂ ਇਹਦੇ ਵਿੱਚ ਜੈਂਡਰ ਦੇ ਅਕੋਰਡਿੰਗ ਵੀ ਗੱਲ ਕਰ ਲਈਏ ਤਾਂ ਕੁਛ ਲੇਡੀਜ਼ ਇਹ ਕਹਿੰਦੀਆਂ ਨੇ, ਬੰਦੇ ਇਹ ਕਹਿੰਦੇ ਨੇ ਵੀ ਤੁਸੀਂ ਗ੍ਰੋਸਰੀ ਕਰ ਲਓ ਤੇ ਅਸੀਂ ਕੰਮ ਤੇ ਜਾ ਸਕਦੇ ਹਾਂ। ਇਸ ਤਰ੍ਹਾਂ ਦਾ ਕੁਝ ਨਹੀਂ। 51% ਇਹਦੇ ਵਿੱਚ ਮੇਲ ਨੇ ਤੇ 49% ਫੀਮੇਲ ਨੇ। ਔਰ ਅੱਜ ਦੇ ਦਿਨ ਤੱਕ ਇੱਥੇ 5 ਡੈਥ ਹੋ ਚੁੱਕੀਆਂ ਨੇ। ਐਡ ਟੂ ਅਦਰ ਪ੍ਰੋਵਿੰਸ ਜੇ ਅਸੀਂ ਗੱਲ ਕਰੀਏ ਤੇ ਠੀਕ ਹੈ, ਇਹਨੂੰ ਅਸੀਂ ਚਲੋ ਮੌਤਾਂ ਨੇ ਅੱਖੋਂ ਪਰੋਖਾ ਨਹੀਂ ਕਰ ਸਕਦੇ, ਪਰ ਫਿਰ ਵੀ ਇਹ 5 ਜੇ ਹੋਈਆਂ ਨੇ ਤੇ ਇੱਥੋਂ ਦੀ ਪੋਪੂਲੇਸ਼ਨ ਵੀ ਉਹਦੇ ਅਕੋਰਡਿੰਗ ਇਹ ਫਿਰ ਵੀ ਕੋਈ ਘੱਟ ਨਹੀਂ। 365 ਕੇਸ ਇੱਥੇ ਜੋ ਕਿ ਬਹੁਤ ਫਾਸਟਲੀ ਇੱਥੇ ਮਲਟੀਪਲਾਈ ਹੋ ਰਹੇ ਨੇ। ਸਰਦਾਰ ਸਮਜੀਤ ਸਿੰਘ ਜੀ, ਪਤਾ ਲੱਗ ਰਿਹਾ ਕਿ ਇੱਥੇ ਬਹੁਤ ਸਾਰੇ ਬਿਜ਼ਨਸ ਜਾਂ ਕੁਝ ਚੀਜ਼ਾਂ ਨੂੰ ਓਪਨ ਕਰ ਰਹੇ, ਕਿਹੜੀਆਂ ਚੀਜ਼ਾਂ ਓਪਨ ਹੋ ਰਹੀਆਂ, ਇਹਦੇ ਬਾਰੇ ਕੋਈ ਜਾਣਕਾਰੀ ਹੈ ਜੀ? ਹਾਂਜੀ, ਇਹ 4 ਮਈ ਦੀ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਤੇ ਵੈਸੇ ਇਹਨੂੰ 5 ਫੇਜ਼ ਦੇ ਵਿੱਚ ਕੀਤਾ ਹੈ, ਪਰ ਡੇਟਸ ਇਹਨਾਂ ਨੇ ਜੋ ਡਿਕਲੇਅਰ ਕੀਤੀਆਂ ਨੇ ਉਹ ਸਿਰਫ 2 ਹੀ ਨੇ ਜੀ। ਸੋ ਪਹਿਲਾ ਫੇਜ਼ ਜੋ 4 ਮਈ ਨੂੰ ਇਹ ਅਨਾਉਂਸਮੈਂਟ ਹੋਈ ਹੈ ਓਪਨ ਕਰਨ ਦੀ, ਜਿਸ ਦੇ ਵਿੱਚ ਗੈਦਰਿੰਗ ਜੋ ਹੈ ਉਹ 10 ਦੀ ਹੋਏਗੀ। 10 ਤੋਂ ਵੱਧ ਗੈਦਰਿੰਗ ਉੱਥੇ ਨਹੀਂ ਹੋ ਸਕਦੀ। ਫੋਰ ਐਗਜ਼ਾਮਪਲ ਜੇ ਕੋਈ ਕਸਟਮਰ ਕਿਸੇ ਸ਼ਾਪ 'ਚ ਜਾ ਰਿਹਾ ਤੇ 10 ਕਸਟਮਰ ਉਸ ਸ਼ਾਪ ਦੇ ਵਿੱਚ ਹੋਣਗੇ, 10 ਤੋਂ ਜ਼ਿਆਦਾ ਜੋ ਬਾਹਰ ਲਾਈਨਅਪ ਹੋਏਗੀ। ਸੋ ਜਿਸ ਦੇ ਵਿੱਚ ਮੈਡੀਕਲ ਸਰਵਿਸਿਜ਼ ਇਹਨਾਂ ਨੇ ਇੰਕਲੂਡ ਕੀਤੀਆਂ ਨੇ ਪਹਿਲੇ ਫੇਜ਼ ਦੇ ਵਿੱਚ। ਡੈਂਟਿਸਟ ਹੋ ਗਏ, ਫਿਜ਼ੀਕਲ ਥੈਰੇਪੀ ਹੋ ਗਈਆਂ ਜਾਂ ਆਪਟੀਸ਼ੀਅਨ ਹੋ ਗਏ, ਕਾਇਰੋਪ੍ਰੈਕਟਿਕ ਹੋ ਗਏ। ਸੋ ਇਹਨਾਂ ਦੇ ਨਾਲ ਨਾਲ ਇਹਨਾਂ ਨੇ ਪਹਿਲੇ ਫੇਜ਼ ਦੇ ਵਿੱਚ ਬੋਟਿੰਗ ਤੇ ਫਿਸ਼ਿੰਗ ਵਾਲੇ ਵੀ ਇਨਕਲੂਡ ਕੀਤੇ ਨੇ। ਉਹਨਾਂ ਦਾ ਕੀ ਲੌਜਿਕ ਹੈ ਇਸ ਦੇ ਨਾਲ ਉਹ ਨਹੀਂ ਪਤਾ, ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਬਿਜ਼ਨਸ ਸਰਵਿਸਿਜ਼ ਜੋ ਹੈ ਅਸੀਂ ਫਸਟ ਫੇਜ਼ ਦੇ ਵਿੱਚ ਕਰਨਾ ਚਾਹੁੰਦੇ ਹਾਂ। ਨਾਲ ਹੀ ਇਹਨਾਂ ਨੇ ਫਸਟ ਫੇਜ਼ ਦੀ ਅਨਾਉਂਸਮੈਂਟ ਕਰਕੇ ਕਿਹਾ ਸੀ ਵੀ 15 ਮਈ ਤੋਂ ਇੱਥੇ ਗੋਲਫ ਕੋਰਸ ਔਰ 1 ਜੂਨ ਤੋਂ ਆਨਲਾਈਨ ਕੈਂਪ ਗਰਾਊਂਡ ਜੋ ਰਿਜ਼ਰਵੇਸ਼ਨ ਹੈ ਉਹ ਵੀ ਸ਼ੁਰੂ ਹੋ ਜਾਏਗੀ। ਤੇ 2 ਅਨਾਉਂਸਮੈਂਟ ਇਹਨਾਂ ਫਸਟ ਫੇਜ਼ ਦੇ ਨਾਲ ਕੀਤੀਆਂ ਸੀਗੀਆਂ। ਸੈਕੰਡ ਫੇਜ਼ ਦੀ ਇਹਨਾਂ ਨੇ ਜੋ ਡੇਟ ਅਨਾਉਂਸ ਕੀਤੀ ਹੈ ਜੀ ਉਹ ਕੀਤੀ ਹੈ 19 ਮਈ। ਸੋ ਪਹਿਲੀ 4 ਮਈ ਸੀ, ਸੈਕੰਡ ਹੈ 19 ਮਈ, ਜਿਸ ਦੇ ਵਿੱਚ ਰਿਟੇਲ ਬਿਜ਼ਨਸ ਆ ਜਾਣਗੇ ਸਾਰੇ, ਜਿਵੇਂ ਕੱਪੜੇ ਦੀਆਂ ਦੁਕਾਨਾਂ ਨੇ, ਕਲੋਥਿੰਗ ਸਟੋਰ ਆ, ਸਪੋਰਟਸ ਵਾਲੀਆਂ ਜੋ ਸ਼ਾਪਸ ਨੇ, ਵੈਪਿੰਗ ਸਪਲਾਈ ਦਾ ਵੀ ਇਹਨਾਂ ਨੇ ਖਿਆਲ ਰੱਖਿਆ ਜੀ ਇਹਦੇ ਵਿੱਚ, ਬੁੱਕ ਸਟੋਰ ਨੇ, ਮਿਊਜ਼ਿਕ ਸਟੋਰ, ਇਲੈਕਟ੍ਰੋਨਿਕ ਸਟੋਰ ਆ, ਪੌਨ ਸ਼ਾਪ, ਟਰੈਵਲ ਏਜੰਸੀਆਂ ਸ਼ਾਇਦ ਇਹਨਾਂ ਦੀ ਜ਼ਰੂਰਤ ਜ਼ਿਆਦਾ ਹੈ ਉਹਨਾਂ ਦਿਨਾਂ ਦੇ ਵਿੱਚ,
ਤੇ ਇਸ ਤੋਂ ਇਲਾਵਾ ਪਰਸਨਲ ਸਰਵਿਸ ਵੀ ਕੁਝ ਆ ਗਈਆਂ ਨੇ, ਜਿਵੇਂ ਹੇਅਰ ਡਰੈਸਰ ਨੇ, ਮਸਾਜ ਥੈਰੇਪਿਸਟ ਆ, ਐਕਿਊਪੰਚਰ ਵਾਲੇ ਨੇ। ਕੁਝ ਜੇ ਤੁਸੀਂ ਲਿਸਟ ਦੇ ਵਿੱਚ ਦੇਖੋਗੇ ਤੇ ਐ ਲੱਗ ਰਿਹਾ ਕਿ ਉਹਦੇ ਵਿੱਚ ਡਿਸਟੈਂਸ ਮੇਨਟੇਨ ਰੱਖਣਾ ਜਾਂ ਇਹ ਸਰਵਿਸ ਕਿੰਨੀ ਕੁ ਜ਼ਰੂਰੀ ਹੈ, ਇਹ ਤਾਂ ਜਿਨ੍ਹਾਂ ਨੂੰ ਉਹ ਸਰਵਿਸ ਚਾਹੀਦੀ ਹੈ ਉਹੀ ਦੱਸ ਸਕਦੇ ਨੇ। ਥਰਡ ਫੇਸ ਦੇ ਵਿੱਚ ਇਹਨਾਂ ਨੇ ਕੋਈ ਡੇਟ ਅਜੇ ਤੱਕ ਅਨਾਉਂਸ ਨਹੀਂ ਕੀਤੀ, ਪਰ ਥਰਡ ਫੇਸ ਦੇ ਵਿੱਚ ਜੋ ਰੱਖੇ ਨੇ ਹੁਣ ਤੱਕ ਤੁਹਾਨੂੰ ਲੱਗਦਾ ਹੋਏਗਾ ਕਿ ਬਾਕੀ ਕੀ ਰਹਿ ਗਿਆ, ਸਾਰੇ ਰਿਟੇਲਰ ਆ ਗਏ, ਡਾਕਟਰਸ ਆ ਗਏ, ਸਾਰਾ ਕੁਝ ਆ ਗਿਆ। ਪਰ ਥਰਡ ਫੇਸ ਦੇ ਵਿੱਚ ਇੱਕ ਹੋਰ ਲਿਸਟ ਹੈ ਜੀ, ਜਿਸ ਦੇ ਵਿੱਚ ਟੈਟੂ ਸ਼ਾਪ, ਕਾਸਮੈਟਿਕ ਸ਼ਾਪ ਹੈ, ਮੈਨੀਕਿਉਰ, ਪੈਡੀਕਿਉਰ ਤੇ ਆਲ ਬਾਡੀ ਸਰਵਿਸਿਜ਼ ਇਹਨਾਂ ਨੇ ਕਿਹਾ ਹੈ ਜੀ ਥਰਡ ਫੇਸ 'ਚ ਅਸੀਂ ਇਹਨਾਂ ਨੂੰ ਰੱਖਾਂਗੇ। ਤੇ ਜਿਸ ਦੇ ਨਾਲ ਰੈਸਟੋਰੈਂਟ ਜੋ ਬਿਜ਼ਨਸ ਹੈ, ਜਿਵੇਂ ਫੂਡ ਸਰਵਿਸ ਵਾਲੇ, ਉਹਨਾਂ ਦੀ ਜੋ ਵੀ ਕਪੈਸਿਟੀ ਹੈ, ਜੇ 100 ਬੰਦੇ ਦੀ ਕਪੈਸਿਟੀ ਹੈ ਤੇ ਉਹ ਕਹਿੰਦੇ 50% ਕਪੈਸਿਟੀ ਉਹਨੂੰ ਤੁਸੀਂ ਕਰ ਸਕਦੇ ਹੋ ਕਿ 50 ਸੀਟਾਂ ਰਿਜ਼ਰਵ ਕਰ ਸਕਦੇ ਹੋ, 50 ਨੂੰ ਤੁਸੀਂ ਖਾਲੀ ਰੱਖੋ, ਤਾਂ ਕਿ ਸ਼ਾਇਦ ਗੈਪ ਨੂੰ ਰੱਖ ਕੇ ਮੁੱਖ ਰੱਖ ਕੇ ਕੰਮ ਕੀਤਾ ਹੈ। ਨਾਲ ਹੀ ਜਿਮ ਤੇ ਚਾਈਲਡ ਕੇਅਰ ਸੈਂਟਰ ਨੇ। ਬਾਕੀ ਜੋ ਗੈਦਰਿੰਗ ਹੈ ਇਹਦੇ ਵਿੱਚ ਫਸਟ ਥਰਡ ਫੇਸ ਦੇ ਵਿੱਚ ਇਹਨੂੰ ਇਹਨਾਂ ਨੇ ਇਨਕਰੀਜ਼ ਕਰਤਾ, ਜਿਵੇਂ ਫਸਟ ਫੇਸ 'ਚ 10 ਸੀਗੇ, ਸੈਕੰਡ 'ਚ 15, ਇਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਇਨਕਰੀਜ਼ ਕਰਾਂਗੇ 15 ਤੱਕ, ਪਰ ਜੇ ਡੇਟ ਅਨਾਉਂਸ ਨਹੀਂ ਕੀ, ਸੋ ਤਾਂ ਕਰਕੇ ਇਹ ਇੰਨੀ ਕੋਈ ਵਰੀ ਕਰਨ ਵਾਲੀ ਗੱਲ ਨਹੀਂ ਹੈ। ਫੋਰਥ ਫੇਸ ਦੇ ਵਿੱਚ ਜਿੱਥੇ ਗੈਦਰਿੰਗ ਵਧਾਈ ਗਈ ਹੈ, 30 ਤੱਕ ਇਨਕਰੀਜ਼ ਕਰਤੀ ਹੈ ਗੈਦਰਿੰਗ, ਉੱਥੇ ਨਾਲ ਹੀ ਇਹਨਾਂ ਨੇ ਲਿਸਟ ਜੋ ਦਿੱਤੀ ਹੈ ਉਸ ਦੇ ਵਿੱਚ ਹੈ ਜੀ ਕਸੀਨੋ, ਸਵਿਮਿੰਗ ਪੂਲ, ਪਾਰਕ, ਪਲੇਗਰਾਊਂਡਸ, ਇਹ ਮੂਵੀ ਥੀਏਟਰ ਤੇ ਮਿਊਜ਼ੀਅਮ ਸੋ ਇਹ ਲਿਸਟ ਫੋਰਥ ਫੇਸ ਦੀ ਹੈ, ਪਰ ਇਹਦੇ ਵਿੱਚ ਵੀ ਕੋਈ ਅਜੇ ਡੇਟ ਮੈਂਸ਼ਨ ਨਹੀਂ ਕੀਤੀ ਗਈ। ਜੇ ਅਸੀਂ ਲਾਸਟ ਫੇਸ ਦੀ ਗੱਲ ਕਰਦੇ ਹਾਂ, ਇਹ 5ਵਾਂ ਫੇਸ ਹੈ ਜੀ। ਇਹਦੇ 'ਚ ਇਹਨਾਂ ਨੇ ਕਿਹਾ ਹੈ ਵੀ ਡਿਪੈਂਡ ਔਨ ਦਾ ਰਿਜ਼ਲਟ ਆਫ 4 ਫੇਸ। ਵੀ ਕੁਛ ਰਹਿ ਜਾਣਗੇ, ਜੇ ਕੋਈ ਕਹੇ ਵੀ ਸਾਡਾ ਇਹਦੇ 'ਚ ਲਿਸਟ 'ਚ ਨਾਮ ਨਹੀਂ ਹੈ ਤਾਂ ਉਹਨਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਚੌਥੇ ਫੇਸ ਦੀ ਜਿਹਦੀ ਕੋਈ ਅਜੇ ਤੱਕ ਡੇਟ ਨਹੀਂ ਦਿੱਤੀ ਗਈ, ਉਹਦਾ ਜੋ ਵੀ ਰਿਜ਼ਲਟ ਆਊਗਾ ਉਹਦੀ ਡੇਟ 5ਵੇਂ ਫੇਸ ਦੇ ਵਿੱਚ ਉਹਨਾਂ ਨੂੰ ਇਨਕਲੂਡ ਕੀਤਾ ਜਾਊਗਾ। ਪਰ ਜਿੱਥੇ ਰੀਓਪਨ ਦੀ ਗੱਲ ਚੱਲ ਰਹੀ ਹੈ, ਸਾਰਾ ਕੁਝ ਅਨਾਉਂਸ ਹੋ ਰਿਹਾ ਹੈ, ਉੱਥੇ ਨਾਲ ਦੀ ਨਾਲ ਇਹਨਾਂ ਨੇ ਗਵਰਨਮੈਂਟ ਵੱਲੋਂ ਇਹ ਰਿਸਟ੍ਰਿਕਸ਼ਨ ਦਿੱਤੀ ਗਈ ਹੈ ਕਿ ਜਿਹੜੇ ਹਾਈ ਰਿਸਕ ਏਰੀਆ ਹੈ ਉਹਦੇ ਵਿੱਚ ਰਿਸਟ੍ਰਿਕਸ਼ਨਸ ਉਸੇ ਤਰ੍ਹਾਂ ਰਿਮੇਨ ਰਹਿਣਗੀਆਂ। ਸੋਸ਼ਲ ਡਿਸਟੈਂਸ, ਕੁਆਰੰਟੀਨ, ਸੈਲਫ ਆਈਸੋਲੇਸ਼ਨ, ਜੇ ਕੋਈ ਟਰੈਵਲਰ ਬਾਹਰੋਂ ਆ ਰਿਹਾ, ਇਹ ਚੀਜ਼ਾਂ ਨੂੰ ਮੁੱਖ ਰੱਖਿਆ ਜਾਏਗਾ। ਔਰ ਸਕੂਲ ਤੇ ਕਲਾਸਿਸ, ਕੁਛ ਜਿਵੇਂ ਹੋਰ ਵੀ ਕਲਾਸਿਸ ਨੇ ਇਹਦੇ ਵਿੱਚ, ਜਿਵੇਂ ਕਰਾਟੇ, ਜੂਡੋ, ਯੋਗਾ ਵਗੈਰਾ ਦੀਆਂ ਕਲਾਸਿਸ ਤੇ ਸਕੂਲਸ ਨੇ, ਇਹ ਹਾਲੇ ਸਸਪੈਂਡ ਹੀ ਰਹਿਣਗੇ ਜਿੰਨੀ ਦੇਰ ਤੱਕ ਅਜੇ ਕੁਝ ਹਾਲਾਤ ਨਹੀਂ ਪਤਾ ਲੱਗਦੇ ਚੌਥੇ ਫੇਸ ਤੋਂ ਬਾਅਦ। ਔਰ ਸਪੈਸ਼ਲੀ ਜੋ ਵੱਡੀਆਂ ਗੈਦਰਿੰਗ ਨੇ ਉਹ ਵੀ ਬੰਦ ਹੀ ਰਹਿਣਗੀਆਂ ਜੀ। ਸਰਦਾਰ ਸੰਦੀਪ ਸਿੰਘ ਜੀ, ਤੁਸੀਂ ਸਮਾਂ ਕੱਢਿਆ, ਸਾਨੂੰ ਜਾਣਕਾਰੀ ਦਿੱਤੀ ਇਸ ਵੇਲੇ ਰਜਾਈਨਾ ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ ਦੋਸਤੋ, ਇਹ ਸਨ ਸਰਦਾਰ ਸੰਦੀਪ ਸਿੰਘ ਰਜਾਈਨਾ ਤੋਂ। ਸਾਡੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਦੱਸਿਆ ਕਿ ਕਿਉਂਕਿ ਸਾਨੂੰ ਇਹ ਸਾਰਾ ਕੁਝ ਤਾਂ ਹੀ ਅੰਦਾਜ਼ਾ ਹੋ ਸਕਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੀ ਇੱਥੇ ਸਾਰਾ ਕੁਝ ਓਪਨ ਹੋਣਾ ਆ। ਇਹ ਕਿਸ ਤਰ੍ਹਾਂ ਓਪਨ ਹੋਣਾ, ਜਿਸ ਤਰ੍ਹਾਂ ਉਹਨਾਂ ਨੇ ਸਾਰੇ ਫੇਜ਼ ਦੱਸਿਆ ਇਹਦੇ, ਉਹਨਾਂ ਫੇਜ਼ਸ ਦੇ ਵਿੱਚ ਹੀ ਇੱਥੇ ਓਪਨ ਹੋਊਗਾ। ਥੋੜ੍ਹਾ ਜਿਹਾ ਸਾਡੇ ਕੋਲ ਸਮਾਂ, ਇਹਦੇ ਵਿੱਚ ਕੁਝ ਕੁ ਦੋਸਤੋ ਜਿਹੜੀਆਂ ਖਬਰਾਂ ਤੁਹਾਡੇ ਨਾਲ ਅਸੀਂ ਭਾਰਤ ਦੀਆਂ ਸਾਂਝੀਆਂ ਕਰਨਾ ਚਾਹੁੰਦੇ ਹਾਂ, ਜਾਂ ਕੈਨੇਡਾ ਦੀਆਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨਾ ਚਾਹੁੰਦੇ ਹਾਂ। ਕੈਨੇਡਾ ਦੇ ਵਿੱਚ ਜਿਹੜੇ ਟੋਟਲ ਕੇਸ 48,500 ਨੇ, 24,982 ਕੇਸ ਇਕੱਲੇ ਕੁਬੈਕ ਵਿੱਚ ਨੇ। ਅੰਟੈਰੀਓ ਦੇ ਵਿੱਚ 14,000 ਕੇਸ ਆ, 272 ਜਿਹੜੇ ਕੇਸ ਨੇ ਉਹ ਮੈਨੀਟੋਬਾ ਦੇ ਵਿੱਚ ਨੇ, 365 ਕੇਸ ਜਿਵੇਂ ਸੰਦੀਪ ਸਿੰਘ ਹੁਣੀ ਦੱਸ ਕੇ ਗਏ ਸਕਾਚਵੈਨ 'ਚ ਨੇ, ਔਰ ਜਿਹੜੇ ਅਲਬਰਟਾ ਦੇ ਵਿੱਚ 4696 ਨੇ ਤੇ 1998 ਕੇਸ BC ਦੇ ਵਿੱਚ ਨੇ। ਇਹ ਅੱਜ ਕੈਨੇਡਾ ਦੀ ਹਾਲਤ ਆ। ਔਰ ਇਹਦੇ ਤੋਂ ਬਾਅਦ ਅਸੀਂ ਜਦੋਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਕਿਹੜੀ ਸਥਿਤੀ ਆ, 29,000 ਦੇ ਕਰੀਬ ਦੋਸਤੋ ਭਾਰਤ ਦੇ ਵਿੱਚ ਕੇਸ ਨੇ। ਬਹੁਤੇ ਜ਼ਿਆਦਾ ਨਹੀਂ ਲੱਗਦੇ, ਪਰ ਕਿਤੇ ਨਾ ਕਿਤੇ ਹਾਲਤ ਜਿਹੜੀ ਆ ਉੱਥੇ ਵਿਗੜ ਰਹੀ ਹੈ। ਉੱਥੇ ਬਾਰੇ ਖਾਸ ਚਿੰਤਾ ਇਸ ਕਰਕੇ ਵੀ ਅਸੀਂ ਕਰਦੇ ਹਾਂ ਕਿ ਉੱਥੇ ਇੰਤਜ਼ਾਮ ਨਹੀਂ ਹੋਣੇ। ਜਿਹੜੇ ਲੋਕ ਇਹਦੇ ਨਾਲ ਇਨਫੈਕਟਡ ਨੇ ਉਹ ਕਿੰਨੇ ਨੇ, ਔਰ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਹੌਟਸਪੌਟ ਮਹਾਰਾਸ਼ਟਰ ਆ, 8500 ਕੇਸ ਦੋਸਤੋ ਮਹਾਰਾਸ਼ਟਰ ਦੇ ਵਿੱਚ ਆ। ਔਰ ਮਹਾਰਾਸ਼ਟਰ ਦੇ ਵਿੱਚ ਅੱਗਿਓਂ ਜਦੋਂ ਤੁਸੀਂ ਦੇਖਦੇ ਹਾਂ ਤਾਂ ਉਹ ਮੁੰਬਈ ਆ। ਗੁਜਰਾਤ ਦੇ ਵਿੱਚ ਬਹੁਤ 247 ਕੇਸ ਕੱਲ੍ਹ ਵਧੇ ਨੇ, 3500 ਕੇਸ ਗੁਜਰਾਤ ਦੇ ਵਿੱਚ ਆ। ਦਿੱਲੀ ਤੀਜੇ ਨੰਬਰ 'ਤੇ 3100 ਕੇਸ ਉੱਥੇ ਨੇ, 190 ਕੇਸ ਉੱਥੇ ਇੱਕਦਮ ਵੱਧ ਗਏ ਨੇ। ਰਾਜਸਥਾਨ ਦੇ ਵਿੱਚ 2262 ਕੇਸ ਨੇ। ਇਸੇ ਤਰ੍ਹਾਂ ਹੀ ਮੱਧ ਪ੍ਰਦੇਸ਼। ਅਤੇ ਜਦੋਂ ਅਸੀਂ ਆਖਰ ਦੇ ਵਿੱਚ ਦੇਖਦੇ ਹਾਂ ਕਿ ਪੰਜਾਬ ਦੀ ਹਾਲਤ ਥੋੜ੍ਹੀ ਜਿਹੀ
ਚੰਗੀ ਕਹੀ ਜਾ ਸਕਦੀ ਹੈ ਵੀ 330 ਕੇਸ ਨੇ। ਪਰ ਸਭ ਤੋਂ ਵੱਧ ਉੱਥੇ ਜਿਹੜਾ ਇਸ ਵੇਲੇ ਖਤਰਾ ਹੋਇਆ ਉਹ ਜਲੰਧਰ ਦੇ ਵਿੱਚ ਆ। 78 ਕੇਸ ਉੱਥੇ ਹੋ ਗਏ ਨੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ 63 ਕੇਸ ਨੇ। ਸਭ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਸੀ, ਪਰ ਜਲੰਧਰ ਉਹਨਾਂ ਨੂੰ ਕ੍ਰਾਸ ਕਰ ਗਿਆ। ਪਟਿਆਲੇ 61 ਕੇਸ ਨੇ। ਪਟਿਆਲੇ ਖਾਸ ਕਰ ਰਾਜਪੁਰੇ ਦੇ ਵਿੱਚ ਕਾਫੀ ਕੇਸ ਸਾਹਮਣੇ ਆਏ ਨੇ। ਪਠਾਨਕੋਟ ਦੇ ਵਿੱਚ 25 ਨੇ। ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 20 ਕੇਸ ਨੇ। ਔਰ ਕੁਛ ਕੁ ਇਲਾਕੇ ਜਿੱਥੇ ਜਿਵੇਂ ਫਿਰੋਜ਼ਪੁਰ ਆ, ਗੁਰਦਾਸਪੁਰ ਆ, ਸ਼੍ਰੀ ਮੁਕਤਸਰ ਸਾਹਿਬ ਆ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਿਰਫ ਇੱਕ ਕੇਸ ਆ ਜਾਂ ਕੋਈ ਵੀ ਨਹੀਂ ਆ। ਫਤਿਹਗੜ੍ਹ ਸਾਹਿਬ, ਬਰਨਾਲਾ, ਉੱਥੇ ਵੀ 2-2 ਕੇਸ ਨੇ। ਇਹ ਥੋੜ੍ਹੀ ਜਿਹੀ ਤੁਹਾਨੂੰ ਜਿਹੜੀ ਪੰਜਾਬ ਦੀ ਹਾਲਤ ਦੱਸੀ ਆ ਕਿ ਉੱਥੇ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਕੀ ਆ। ਔਰ ਜਿਹੜੇ ਉੱਥੇ ਉਹਨਾਂ ਨੇ ਨਾ ਹੌਟ ਸਪੌਟ ਬਣਾ ਲਏ ਨੇ ਬਹੁਤ ਸਾਰੇ ਏਰੀਏ, ਕਿ ਜਿਹੜੇ ਇਲਾਕੇ ਇਸ ਹੌਟ ਸਪੌਟ ਤੋਂ ਬਾਹਰ ਆ ਉਹਨਾਂ ਨੂੰ ਉਹ ਕਹਿੰਦੇ ਅਸੀਂ ਓਪਨ ਕਰ ਦਾਂਗੇ। 312 ਜ਼ਿਲ੍ਹੇ ਆ ਭਾਰਤ ਦੇ ਵਿੱਚ ਜਿੱਥੇ ਹਜੇ ਤੱਕ ਇੱਕ ਵੀ ਮਰੀਜ਼ ਹੈ ਨਹੀਂ। ਉਹ ਕਹਿੰਦੇ ਉੱਥੇ ਅਸੀਂ ਉਹਨਾਂ ਨੂੰ ਓਪਨ ਕਰ ਦਾਂਗੇ। ਪਰ ਇਹਦਾ ਆਖਰੀ ਫੈਸਲਾ ਜਿਹੜਾ ਆ ਉਹ ਸੈਂਟਰ ਸਰਕਾਰ ਨੇ ਕਰਨਾ, ਨਾ ਕਿ ਜਿਹੜੇ ਆਪਣੇ ਸਟੇਟਸ ਆ ਉਹਨਾਂ ਦੀਆਂ ਸਰਕਾਰਾਂ ਨੇ। ਸੋ ਕੁਛ ਜਿਹੜੇ ਏਰੀਏ ਗ੍ਰੀਨ ਜ਼ੋਨ ਦੇ ਵਿੱਚ ਨੇ, ਜਿਹੜੇ ਬਾਹਰ ਨੇ, ਉਹਨਾਂ ਨੂੰ ਕੁਛ ਖੋਲ੍ਹ ਲੈਣਗੇ। ਪ੍ਰਾਈਮ ਮਿਨਿਸਟਰ ਨੇ ਸਾਰੇ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਆ ਔਰ ਇਹ ਕਿਹਾ ਉਹਨਾਂ ਨੇ ਕਿ ਇਹਦਾ ਫੈਸਲਾ ਜਿਹੜੇ ਆ ਰਾਜ ਕਰਨਗੇ ਕਿ ਕਦੋਂ ਖੋਲ੍ਹਣਾ। ਔਰ ਜਿਹੜੇ ਪਰ ਇਹ ਜਦੋਂ ਵੀ ਲੋਕਡਾਊਨ ਖੋਲ੍ਹਣ ਦੀ ਗੱਲ ਕਰਦੇ ਜਾਂ ਥੋੜ੍ਹੀ ਜਿਹੀ ਢਿੱਲ ਦੇਣਗੇ, ਉਹਦੇ ਵਿੱਚ ਜਿਹੜੀ ਰੇਲ ਆ ਤੇ ਹਵਾਈ ਸਫ਼ਰ ਆ ਇਹ ਹਜੇ ਵੀ ਬੰਦ ਰਹਿਣਾ, ਇਹ ਗੱਲ ਉਹਨਾਂ ਨੇ ਕਹਿ ਦਿੱਤੀ ਆ। ਔਰ ਕੈਪਟਨ ਅਮਰਿੰਦਰ ਸਿੰਘ ਹੁਣੀ ਖਾਸ ਤੌਰ 'ਤੇ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਨੌਨ ਕੰਟੇਨਮੈਂਟ ਜ਼ੋਨ ਆ ਉਹਨਾਂ ਦੇ ਵਿੱਚ ਜਿਹੜੀਆਂ ਛੋਟੀਆਂ ਦੁਕਾਨਾਂ ਤੇ ਖਾਸ ਕਰਕੇ ਜਿਹੜੇ ਉਦਯੋਗ ਆ ਉਹਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇ। ਇਹ ਉਹਨਾਂ ਨੇ ਮੰਗ ਕੀਤੀ ਹੈ। ਸੋ ਜਿਹੜਾ ਉੜੀਸਾ ਤੇ 5 ਹੋਰ ਰਾਜ ਇਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਲੋਕਡਾਊਨ ਆ ਹੋਰ ਲੰਬਾ ਚਲਿਆ ਜਾਵੇ, ਇਹਨੂੰ ਵਧਾ ਦਿੱਤਾ ਜਾਵੇ ਤਾਂ ਕਿ ਜਿਹੜਾ ਦੇਸ਼ ਜਿਹੜਾ ਥੋੜ੍ਹਾ ਜਿਹਾ ਇਹਦੇ ਤੋਂ ਬਚ ਸਕੇ। ਸੋ ਕਈ ਜਿਹੜੇ ਇੱਕ ਹੋਰ ਮਾਮਲਾ ਜਿਹੜਾ ਹਜ਼ੂਰ ਸਾਹਿਬ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ, ਬਹੁਤ ਸਾਰੇ ਯਾਤਰੀ ਉੱਥੇ ਗਏ ਸੀ, ਲੋਕਡਾਊਨ ਹੋ ਗਿਆ, ਕਰਫਿਊ ਲੱਗ ਗਿਆ, ਉਹਦੇ ਤੋਂ ਬਾਅਦ ਉੱਥੇ ਰਹਿ ਗਏ। ਉਹ ਜਦੋਂ ਵਾਪਸ ਆਏ ਉਹਨਾਂ ਦੇ ਵਿੱਚੋਂ 9 ਸ਼ਰਧਾਲੂ ਜਿਹੜੇ ਉਹ ਪੋਜ਼ੀਟਿਵ ਨੇ, ਇੱਕ ਇਹ ਵੀ ਖਬਰ ਆ। ਔਰ ਜਿਨ੍ਹਾਂ ਦੇ ਵਿੱਚੋਂ ਇੱਕ ਵੱਡੀ ਗਿਣਤੀ ਜਿਹੜੇ 6 ਸ਼ਰਧਾਲੂ ਆ ਉਹ ਤਰਨਤਾਰਨ ਦੇ ਵਿੱਚ ਸੁਰ ਸਿੰਘ ਵਾਲਾ ਬਹੁਤ ਮਸ਼ਹੂਰ ਪਿੰਡ ਆ ਉੱਥੋਂ ਦੇ ਦੱਸੇ ਜਾ ਰਹੇ ਆ, 3 ਫਗਵਾੜੇ ਦੇ ਦੱਸੇ ਜਾ ਰਹੇ ਆ ਤੇ 2853 ਦੀ ਅਜੇ ਜਿਹੜੀ ਰਿਪੋਰਟ ਆ ਉਹ ਪੈਂਡਿੰਗ ਆ। ਚੰਡੀਗੜ੍ਹ ਦੇ ਵਿੱਚ ਵੀ 3 ਡਾਕਟਰਾਂ ਦੇ ਸਮੇਤ 6 ਜਣੇ ਪੋਜ਼ੀਟਿਵ ਹੋਏ ਨੇ। ਸੋ ਪੰਜਾਬ ਦੇ ਵਿੱਚ ਜਲੰਧਰ ਤੇ ਲੁਧਿਆਣਾ ਇਹਦੇ ਸਮੇਤ 5 ਜ਼ਿਲ੍ਹੇ ਜਿਹੜੇ ਉਹ ਹੌਟ ਸਪੌਟ ਦੇ ਵਿੱਚ ਰੱਖੇ ਗਏ ਨੇ। ਮੋਹਾਲੀ, ਪਟਿਆਲਾ, ਪਠਾਨਕੋਟ, ਲੁਧਿਆਣਾ। ਜਿਹੜੇ ਫਾਜ਼ਿਲਕਾ ਤੇ ਬਠਿੰਡਾ ਨੇ ਇਹਨਾਂ ਨੂੰ ਗ੍ਰੀਨ ਜ਼ੋਨ ਦੇ ਵਿੱਚ ਰੱਖਿਆ ਗਿਆ ਵੀ ਇਹ ਗ੍ਰੀਨ ਜ਼ੋਨ ਦੇ ਵਿੱਚ ਨੇ, ਇੱਥੇ ਬਹੁਤ ਜ਼ਿਆਦਾ ਜਿਹੜੇ ਮਰੀਜ਼ ਨਹੀਂ ਆ। ਸੋ ਅੱਜ ਦੋਸਤੋ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਪੰਜਾਬ ਦੀ। ਤੇ ਕਿਉਂਕਿ ਇਸ ਵੇਲੇ ਵਾਢੀ ਦਾ ਮੌਸਮ ਆ, ਉੱਥੇ ਕਣਕ ਵੱਢੀ ਜਾ ਰਹੀ ਹੈ, ਮੌਸਮ ਕਦੇ ਨਾ ਕਦੇ ਖਰਾਬ ਹੋ ਰਿਹਾ। ਜਿਹੜੇ ਖਾਸ ਤੌਰ ਦੇ ਉੱਤੇ 6 IAS ਤਾਇਨਾਤ ਕੀਤੇ ਗਏ ਆ ਉੱਥੇ, ਜਿਹੜੇ ਦੇਖ ਰਹੇ ਆ ਇਹਨਾਂ ਮੰਡੀਆਂ ਦੀ ਖਰੀਦੋ ਫਰੋਖਤ ਨੂੰ ਕਿ ਕੀ ਹੋਰ ਕੀਤਾ ਜਾਣਾ ਚਾਹੀਦਾ ਔਰ ਕੀ ਇਹਦੇ ਵਿੱਚ ਕੀਤਾ ਜਾ ਸਕਦਾ। ਜਿਹੜੀ 5 ਲੱਖ ਕਿੱਟ ਚੀਨ ਨੇ ਭੇਜੀ ਸੀ, ਰੈਪਿਡ ਟੈਸਟਿੰਗ ਕਿੱਟ, ਜਿਹੜੀ ਖਰਾਬ ਨਿਕਲੀ, ਉਹ ਕਹਿੰਦੇ ਹੁਣ ਇਹ ਫੈਸਲਾ ਕੀਤਾ ਹੈ ਵੀ ਇਹ ਸਾਰੇ ਦਾ ਸਾਰਾ ਆਰਡਰ ਉੱਥੇ ਵਾਪਸ ਕੀਤਾ ਜਾਊਗਾ। ਕੀ ਇਹਦੇ ਤੋਂ ਬਾਅਦ ਹੁੰਦਾ ਹਜੇ ਪਤਾ ਨਹੀਂ, ਪਰ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੀਆਂ ਚੀਨ ਤੋਂ ਟੈਸਟ ਕਿੱਟਾਂ ਆਈਆਂ ਸੀ, ਜਿਹੜੀਆਂ ਖਰਾਬ ਨਿਕਲੀਆਂ, ਇਹ ਵਾਪਸ ਭੇਜੀਆਂ ਜਾ ਰਹੀਆਂ। ਪੰਜਾਬ ਦੇ ਵਿੱਚ ਦੂਜੀ ਵੱਡੀ ਖਬਰ ਇਹ ਆ ਕਿ ਇੱਕ ਪਟਿਆਲੇ ਦੇ ਵਿੱਚ ਮਾਮਲਾ ਹੋਇਆ ਸੀ ਨਿਹੰਗ ਸਿੰਘ ਤੇ ਇੱਕ ਪੁਲਿਸ ਵਾਲੇ ਦਾ, ਜਿਹੜਾ ASI ਹਰਜੀਤ ਸਿੰਘ ਸੀ, ਉਹਦਾ ਗੁੱਟ ਵੱਢ ਦਿੱਤਾ ਗਿਆ ਸੀ। DGP ਸਮੇਤ 80,000 ਪੁਲਿਸ ਦੇ ਜਵਾਨਾਂ ਨੇ ਜਿਹੜਾ ਕੱਲ੍ਹ ਹਰਜੀਤ ਸਿੰਘ ਬਣ ਕੇ ਡਿਊਟੀ ਦਿੱਤੀ। ਬਹੁਤ ਕਾਫੀ ਚਰਚਾ ਦੇ ਵਿੱਚ ਇਹ ਖਬਰ ਆਈ ਆ ਕਿ ਜਿਹੜੇ ਜਿੰਨੇ ਪੁਲਿਸ ਵਾਲੇ ਸੀ, ਬਹੁਤ ਸਾਰੇ ਹੋਰ ਲੋਕ ਵੀ, ਉਹਨਾਂ ਨੇ ਆਪਣੀ ਜਿਹੜੀ ਨੇਮ ਪਲੇਟ ਸੀ ਉਹਨੂੰ ਹਰਜੀਤ ਸਿੰਘ ਕਹਿ ਕੇ ਕਿ ਮੈਂ ਹਰਜੀਤ ਸਿੰਘ ਆ, ਉਹਨਾਂ ਨੇ ਇਹ ਉੱਥੇ ਵੀਡੀਓ ਦਿੱਤੀ ਔਰ ਉਹ ਜਿਹੜਾ ASI ਸੀ ਉਹਦੇ ਜਿਹੜਾ ਗੁੱਟ ਕੱਟਿਆ ਗਿਆ ਸੀ ਔਰ ਉਹਨਾਂ ਜੋੜਿਆ ਗਿਆ ਸੀ, ਉਹਦੀਆਂ ਕਹਿੰਦੇ ਉਂਗਲਾਂ ਨੇ ਜਿਹੜੀ ਹਰਕਤ ਆ ਉਹ ਸ਼ੁਰੂ ਕਰ ਦਿੱਤੀ ਆ। ਨਾਭੇ ਦੇ ਵਿੱਚ ਇੱਕ ਕਾਂਸਟੇਬਲ ਆ, ਉਹ ਵੀ ਪੰਜਾਬ ਪੁਲਿਸ ਦੇ ਵਿੱਚ ਕੰਮ, ਜਿਹੜਾ ਪੰਜਾਬ ਪੁਲਿਸ ਦਾ ਕਾਂਸਟੇਬਲ ਆ, ਉਹਨੇ ਇੱਕ ਖੇਤ ਦੇਣ ਦੀ ਗੱਲ ਕਹੀ ਆ ਕਿ ਇਸ ASI ਹਰਜੀਤ ਸਿੰਘ ਦੇ ਨਾਂ ਦੇ ਉੱਤੇ ਇੱਥੇ ਇੱਕ ਸਟੇਡੀਅਮ ਬਣਾਇਆ ਜਾਵੇ, ਮੈਂ ਆਪਣੇ ਕੋਲੋਂ ਜਿਹੜੀ ਜ਼ਮੀਨ ਆ ਉਹ
ਦਿਨ ਆਇਆ। ਹਰਜੀਤ ਸਿੰਘ ਜਿਹੜਾ ਕਿ PGI ਦੇ ਵਿੱਚ ਦਾਖਲ ਆ, ਉਹਨੇ ਇਹ ਗੱਲ ਕਹੀ ਆ ਕਿ ਮੈਂ ਸੋਚਿਆ ਨਹੀਂ ਸੀ ਕਿ ਮੈਨੂੰ ਜੀਵਨ ਦੇ ਵਿੱਚ ਐਡਾ ਵੱਡਾ ਸਨਮਾਨ ਮਿਲੂਗਾ। ਉਹਨੇ ਪੂਰੀ ਫੋਰਸ ਦਾ ਜਿਹੜਾ ਧੰਨਵਾਦ ਕੀਤਾ। ਇਹ ਵੀ ਪੰਜਾਬ ਦੀ ਇੱਕ ਜਿਹੜੀ ਪ੍ਰਮੁੱਖ ਖਬਰ ਆ ਉਹ ਪੰਜਾਬ ਤੋਂ ਸੀ। ਸੋ ਅੱਜ ਦਾ ਪ੍ਰੋਗਰਾਮ ਦੋਸਤੋ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਦੇ ਨਾਲ। ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਗੱਲਬਾਤ ਕਰਾਂਗੇ। ਪੰਜਾਬ ਤੋਂ ਕੁਛ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਵੇਲੇ ਪੰਜਾਬ ਦੇ ਵਿੱਚ ਕੀ ਹਾਲਤ ਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।